माशाल्लाह है देखो जी, यह छत का व्यू है, यह जी प्रवासी छत है माशाल्लाह। मौजूद हैं जी पाक अदब में। और जो आपको स्क्रीन पे भाई नज़र आ रहे हैं, उस्ताद कराम नज़र आ रहे हैं, ये हैं जी उस्ताद मुजाहिद जट और साथ इनके दोनों भाई बैठे हुए हैं। तो आज हम आपको इनके कुछ कबूतरों का शौक करवाएंगे, जो उड़े हुए कबूतर इनके, जो अस्सू में बहुत अच्छा उड़े हैं। 25 से 26 कपों में इनकी एंट्री थी और उसमें माशाल्लाह इन्होंने बहुत अच्छे इनामात लिए हैं। किसी जो इलाके के कप है वहाँ में इनकी पहली पोजीशन आई है, और जो लाहौर के कपों में इनकी 5वीं 6ठी 8वीं 7वीं पोजीशन आई है। तो ज़्यादा टाइम नहीं लेंगे, चलेंगे सीधा उस्ताद जी की तरफ और इनसे पूछेंगे कि कौन सी पार्टी के साथ इनका बिलोंग है और कितनी देर हो गई है इनको ये छत बनाए हुए। ਪਹਿਲੇ ਇੱਥੇ ਹੀ ਸ਼ੌਕ ਕਰਦੇ ਜਿੱਥੇ ਬੈਠੇ ਆ। ठीक हो गया। 2 ਸੀਜ਼ਨ ਅਸੀਂ ਇੱਥੇ ਉਡਾਏ ਨੇ, ਉਦੋਂ ਉਸਤਾਦ ਦੀ ਸ਼ਾਗਿਰਦੀ ਨਹੀਂ ਸੀ। ਫਿਰ ਅਸੀਂ ਛੱਤ ਬਣਾਈ ਹੈ 2022 ਦੇ ਵਿੱਚ। अच्छा 2022 ਦੇ ਵਿੱਚ ਛੱਤ ਬਣਾਈ ਹੈ। 29 ਤਰੀਕ ਨੂੰ, ਯਾਨੀ ਕਿ ਅਗਲੇ ਦਿਨ ਨया ਸਾਲ ਹੋ ਗਿਆ ਸੀ। ਯਾਨੀ ਕਿ 1 ਸਾਲ ਦੇ ਵਿੱਚ ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਕਰਦੇ ਪਏ ਜੇ, ਬਹੁਤ ਅੱਛੇ ਕਬੂਤਰ ਉਡਾ ਰਹੇ ਜੇ। 23 ਦੇ ਵਿੱਚ ਹੀ ਛੱਤ ਬਣੀ ਸੀ ਤੇ 23 ਦੇ ਵਿੱਚ ਹੀ ਅਸੀਂ ਜੇਠ ਉੱਡੇ ਆ ਮਾਸ਼ਾਅੱਲਾ। ਇਸੋਂ ਅੱਲਾਹ ਪਾਕ ਨੇ ਬੜੀ ਇੱਜ਼ਤ ਦਿੱਤੀ। ਸਾਡੀ ਜੀ ਉਸਤਾਦ ਰਿਆਜ਼ ਪਾਰਟੀ ਹੈ, ਹਾਜੀ ਉਸਤਾਦ ਹਾਜੀ ਇਮਰਾਨ ਬੱਕਰ ਮੰਡੀ ਵਾਲੇ ਦਾ ਮੈਂ ਸ਼ਾਗਿਰਦ ਹਾਂ, ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਜਾਣਦੀ। ਬਿਲਕੁਲ ਬਿਲकुल ਮਾਸ਼ਾਅੱਲਾ, ਉਹਨਾਂ ਨੂੰ ਸਿਹਤ ਤੰਦਰੁਸਤੀ। ਆਮੀਨ ਜੀ ਆਮੀਨ। ਕਿ ਐਕਟੀ ਜਿਹੜੇ ਮੌਸਮ ਤੁਸੀਂ ਦੇਖੇ ਨੇ ਅਸੂ 'ਚ, ਜੀ ਜੀ, ਉਹ ਹਰ ਦਫਾ ਹੀ ਹੁੰਦੇ ਨੇ ਤੇ ਹਰ ਦਫਾ ਹੀ ਅਸੀਂ ਹਰ ਛਾਤੇ ਜਾ ਕੇ ਇਹੀ ਇੰਟਰਵਿਊ ਕਰਨੇ ਆ, ਪੁੱਛਣੇ ਵੀ ਆ। ਐਕਟੀ ਤੁਸੀਂ ਕਿਵੇਂ ਦੇਖਿਆ ਇਸ ਮੌਸਮ ਨੂੰ? ਜੀ ਸ਼ੁਰੂ ਦੇ ਵਿੱਚ ਥੋੜਾ ਜਿਹਾ ਮੌਸਮ ਨੇ ਡਿਸਟਰਬ ਕੀਤਾ ਹੈ ਪਲੇਅਰਾਂ ਨੂੰ, ਲੇਕਿਨ ਅੱਗੇ ਤਾਂ ਬਹੁਤ ਹੀ ਮਜ਼ੇਦਾਰ ਅੱਛੇ ਮੌਸਮ ਮਿਲੇ ਨੇ ਪਲੇਅਰਾਂ ਨੂੰ। ਜਿਸ ਤਰ੍ਹਾਂ ਲਾਹੌਰੋਂ ਬਾਹਰ ਸ਼ੌਕ ਹੋ ਰਿਹਾ ਸੀ, ਸ਼ਾਮ ਨੂੰ 6 ਵਜੇ ਤੋਂ ਬਾਅਦ ਸਾਰੇ ਪਰਿੰਦੇ ਪੈ ਰਹੇ। ਇਸ ਦਫਾ ਲਾਹੌਰ 'ਚ ਵੀ ਜਿਨ੍ਹਾਂ ਨੇ ਅੱਛੇ ਪਰਿੰਦੇ, ਯਾਨੀ ਕਿ ਡੱਕ ਬਾਈ ਡੱਕ ਵਾਲੇ ਪਰਿੰਦੇ ਛੱਡੇ ਸੀ, ਜਿਨ੍ਹਾਂ ਦੀਆਂ ਛੱਤਾਂ ਥੋੜ੍ਹੀਆਂ ਸ਼ਹਿਰ ਤੋਂ ਹਟਵੀਆਂ ਜਾਂ ਜਿਨ੍ਹਾਂ ਦੇ ਬੜੇ ਅੱਛੇ ਸ਼ੌਕ ਹੋਏ ਸੀ, ਤੇ ਉਹਨਾਂ ਨੇ ਅੱਛੇ ਪਰਿੰਦੇ ਛੱਡੇ ਸੀ। ਉਹਨਾਂ ਨੂੰ ਬਹੁਤ ਅੱਛਾ ਮੌਸਮ ਮਿਲਿਆ, ਖੜਾ ਮੌਸਮ ਮਿਲਿਆ, ਮਜ਼ਾ ਆਇਆ। ਯਾਨੀ ਕਿ ਦੱਸਿਆ ਲਾਹੌਰ ਵਾਲਿਆਂ ਨੇ ਕਿ ਸਾਡੇ ਵੀ ਇੱਥੇ 6 ਤੋਂ ਬਾਅਦ ਪਹਿਲਾ ਪਰਿੰਦਾ ਬਹਿ ਸਕਦਾ। 7 ਵਜੇ ਤੱਕ ਵੀ ਬੈਠੇ ਨੇ, 7:30 ਵਜੇ ਤੱਕ ਵੀ ਲਾਹੌਰ 'ਚ ਕਬੂਤਰ ਬੈਠੇ ਨੇ ਮਾਸ਼ਾਅੱਲਾ। ਲੇਕਿਨ ਅੱਜ ਤੋਂ ਜੇ ਅਸੀਂ 2 ਤੋਂ 3 ਸਾਲ ਪਿੱਛੇ ਜਾਈਏ ਤੇ ਫਿਰ ਅਸੀਂ ਇਹ ਦੇਖਦੇ ਹੁੰਦੇ ਸਾਂ ਕਿ ਯਾਰ ਪੰਜਾਬ ਲੈਵਲ ਤੱਕ ਉੱਥੇ ਕਬੂਤਰ ਸ਼ਾਮ 'ਚ ਹਨੇਰੇ 'ਚ ਬੈਠ ਰਹੇ ਨੇ, ਤੇ ਹੁਣ ਉਹ ਜਿੱਦਤ ਉਹ ਚੀਜ਼ ਲਾਹੌਰ 'ਚ ਵੀ ਆ ਗਈ ਹੈ। ਤੁਸੀਂ ਕੀ ਕਹੋਗੇ ਇਸ ਬਾਰੇ? ਕਬੂਤਰਬਾਜ਼ੀ ਬਹੁਤ ਫਾਸਟ ਹੋ ਗਈ। ਤੁਸੀਂ ਬੱਚੇ ਦੇ ਨਾਲ ਵੀ ਗੇਮ ਕਰੋਗੇ ਨਾ, ਤੇ ਤੁਸੀਂ ਅੰਧੇਰੇ ਦੇ ਵਿੱਚ ਅਗਰ ਤੁਹਾਡਾ ਕਬੂਤਰ ਲਾਈਟਾਂ 'ਚ ਨਹੀਂ ਲੱਗਾ, ਤੁਸੀਂ ਕਬੂਤਰਬਾਜ਼ੀ ਨਾ ਕਰੋ। ਯਾਨੀ ਕਿ ਲਾਈਟ ਮੌਸਮ ਹੈ, ਕਿਸੇ ਦੇ ਨਾਲ ਸ਼ੌਕ ਨਾ ਕਰੋ, ਕੱਪਾਂ 'ਚ ਐਂਟਰੀ ਨਾ ਲਵੋ। ਤੁਸੀਂ ਕਬੂਤਰਬਾਜ਼ੀ ਅੰਧੇਰੇ ਤੋਂ ਬਗੈਰ ਨਾ ਖਤਮ ਹੋ ਗਈ। ਯਾਨੀ ਕਿ ਲਾਈਟ ਆ ਪਹਿਲਾਂ ਵੀ ਹਨੇਰੇ 'ਚ ਤੇ ਆਖਰੀ ਵੀ ਹਨੇਰੇ 'ਚ। ਤੇ ਅੱਛਾ ਸਾਜੀ ਤਰੀਕੇਕਾਰ ਕੀ ਹੈ? ਕਿਉਂਕਿ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ, ਖਾਸ ਤੌਰ ਤੇ ਜੰਜ ਅਸੀਂ ਬੈਠੇ ਹੋਏ ਆ, ਤੁਸੀਂ ਵੀ ਇਹ ਜਗ੍ਹਾ ਤੇ ਹੈਗੇ ਜੇ ਇੱਥੇ। ਭਾਈ ਜਦੋਂ ਅਸੀਂ ਨਹੀਂ ਸੀ ਨਾ ਕਰਦੇ, ਸਾਨੂੰ ਮੁਸ਼ਕਲ ਲੱਗਦਾ ਸੀ ਯਾਰ, ਉਹਦਾ ਵੀ ਅੰਧੇਰੇ 'ਚ ਬਹਿ ਰਿਹਾ, ਉਹਦਾ ਵੀ ਬਹਿ ਰਿਹਾ, ਸਾਡਾ ਨਹੀਂ। ਅਸੀਂ ਸੈਟਅਪ ਲਾਇਆ, ਉਸ ਤੋਂ ਬਾਅਦ ਇੱਕ ਦਿਲ 'ਚੋਂ ਖੌਫ ਕੱਢਿਆ ਕਿ ਕੁਝ ਵੀ ਨਹੀਂ ਹੁੰਦਾ। ਅੱਛਾ, ਮੈਂ ਕਬੂਤਰ ਰਾਤ ਵੀ ਮੇਰੇ ਸਾਰੀ ਰਾਤ ਵੀ ਬਾਹਰ ਬੈਠ ਰਹੇ ਨੇ। ਕੀ ਬਾਤ, ਠੀਕ ਹੈ। ਅਸੀਂ ਅੰਦਰ ਸਵੇਰ ਵੀ ਦਾਣਾ ਪਾਇਆ ਤੇ ਬਾਹਰ ਹੀ ਨੇ, ਕੋਈ ਐਡਾ ਇਸ਼ੂ ਨਹੀਂ ਹੈਗਾ। ਤੁਸੀਂ ਇਹਨਾਂ ਨੂੰ ਜਦੋਂ ਛੱਡ ਦਿਓਗੇ ਬਾਹਰ 3-4 ਦਿਨ, ਸਵੇਰ ਤੋਂ ਨਾ ਸਟਾਰਟ ਕਰੋ। ਅੱਛਾ, ਸਵੇਰ ਤੋਂ ਨਹੀਂ? ਇਹਨਾਂ ਨੂੰ ਦਾਣਾ ਖਵਾਓ, ਠੀਕ ਹੈ, ਸ਼ਾਮ ਨੂੰ ਰਜਵਾ। ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਹਲਕਾ ਜਿਹਾ ਅੰਧੇਰਾ ਜਦੋਂ ਹੋ ਗਿਆ, ਲਾਈਟਾਂ ਔਨ ਕਰੋ, ਕਬੂਤਰ ਬਾਹਰ ਕੱਢ ਦਿਓ। ਅੱਛਾ, ਲਾਈਟਾਂ ਔਨ ਕਰੀਏ ਤੇ ਕਬੂਤਰ ਬਾਹਰ ਕੇ ਨਾ ਅੱਗੇ ਪਿੱਛੇ ਨਹੀਂ ਆਉਣਗੇ, ਕਿਤੇ ਰੱਜੇ ਹੋਣਗੇ। ਇਹ ਆਪਣੇ ਨਾ ਉੱਤੇ ਜਗ੍ਹਾ ਤੇ ਬੈਠੇ ਰਹਿੰਦੇ ਨੇ, ਜਾਲ ਤੇ ਬਹਿਣੇ ਸ਼ੁਰੂ। 3 ਦਿਨ ਇਸ ਤਰ੍ਹਾਂ ਕਰੋ, ਚੌਥੇ ਦਿਨ ਤੁਸੀਂ ਇਹਨਾਂ ਨੂੰ ਅੰਧੇਰੇ 'ਚ ਫੁੱਲ ਬਾਹਰ ਕੱਢੋ। ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਡੰਡਾ ਮਾਰ ਦਿਓ, ਮੇਰੇ ਖਿਆਲ ਨਾਲ ਕੋਈ ਵੀ ਨਹੀਂ ਮਿਸ ਹੋਏਗਾ। ਅੱਛਾ, ਯਾਨੀ ਕਿ ਬੜਾ ਤੁਸੀਂ ਇਹ ਜ਼ਬਰਦਸਤ ਜਿਹਾ ਇੱਕ ਤਰੀਕਾਕਾਰ ਦੱਸਿਆ, ਕਿਉਂਕਿ ਅਕਸਰ ਅਸੀਂ ਜਿੱਥੇ ਵੀ ਪੁੱਛਿਆ ਹਰ ਕਿਸੇ ਦਾ ਆਪਣਾ ਤਰੀਕਾਕਾਰ ਹੁੰਦਾ ਹੈ। ਜਦੋਂ ਤੁਸੀਂ ਕੱਢੋਗੇ ਨਾ ਕਬੂਤਰ ਹਾਈਟ ਫੜ ਜਾਏਗਾ, ਉਹ ਲੱਗਾ ਨਹੀਂ ਹੋਏਗਾ ਤੇ ਮਿਸ ਹੋਏਗਾ, ਉਹ ਮਿਸ ਹੋ ਜਾਏਗਾ। ਬਿਲਕੁਲ, 3-4 ਦਿਨ ਅੰਧੇਰੇ 'ਚ ਕੱਢੋਗੇ ਨਾ, ਉਹਨੂੰ ਪਤਾ ਚੱਲ ਜਾਏਗਾ ਕਬੂਤਰ ਕਿ ਮੈਂ ਇੱਥੇ ਉੱਡਣਾ ਹੈ ਤੇ ਇੱਥੇ ਬੈਠਣਾ ਹੈ, ਫਿਰ ਉਹ ਉੱਪਰ ਨੀਚੇ ਹੋਏਗਾ। ਯਾਨੀ ਕਿ ਤੁਹਾਡਾ ਇਹ ਤਰੀਕੇਕਾਰ ਤੇ ਯਾਨੀ ਕਿ ਅਸੀਂ ਜੇ ਦੇਖਿਆ ਜਾਏ, ਕਿਉਂਕਿ ਹਰ ਕਿਸੇ ਦਾ ਆਪਣਾ ਤਰੀਕੇਕਾਰ ਹੈ। ਲੋਕ ਕਹਿੰਦੇ ਨੇ ਕਿ ਪਹਿਲੇ ਤੁਸੀਂ ਕਬੂਤਰ ਨੂੰ ਕੱਢੋ,
ਠੀਕ ਹੈ, ਆਹਿਸਤਾ ਆਹਿਸਤਾ ਉਡਾਣ ਲੱਗ ਜਾਓ, ਮਗਰਿਬ ਦੇ ਟਾਈਮ ਉਡਾਓ, ਫਿਰ ਆਹਿਸਤਾ ਆਹਿਸਤਾ ਹੋਰ ਥੋੜੀ ਰੋਸ਼ਨੀ 'ਚ, ਫਿਰ ਹਨੇਰੇ 'ਚ ਕਰਦੇ ਕਰਦੇ ਲੈ ਕੇ ਜਾਓ। ਉਹਨਾਂ ਦਾ ਆਪਣਾ ਤਰੀਕੇਕਾਰ ਹੈ। ਅਸੀਂ ਅੱਸੂ ਦੇ ਵਿੱਚ, ਕਿਉਂਕਿ ਸਾਨੂੰ ਉਸਤਾਦ ਵੱਲੋਂ ਇਜਾਜ਼ਤ ਨਹੀਂ ਹੈਗੀ ਕਿ ਅੱਸੂ ਦੇ ਵਿੱਚ ਪਰਿੰਦਾ ਅੱਛਾ ਛੱਡੀਏ। ਅੱਛਾ। ਸਾਡੇ ਜਿਹੜਾ ਪਰਿੰਦਾ ਵੀ ਸ਼ਾਮ ਤੱਕ ਯਾਨੀ ਕਿ ਤੰਗ ਕਰਦਾ ਸੀ ਸਾਨੂੰ, ਅੰਧੇਰੇ ਵਿੱਚ ਬਹਿ ਵੀ ਰਿਹਾ ਸੀ, ਅਸੀਂ ਉਹਨੂੰ ਗੋਲ ਕਰ ਦਿੰਦੇ ਸੀ। ਅਸੀਂ ਕੋਈ ਲੰਮਾ ਚੌੜਾ ਸ਼ੌਕ ਕਰਨ ਦੇ ਹੱਕ 'ਚ ਨਹੀਂ ਸੀ, ਲੇਕਿਨ ਉਹ ਆਹਿਸਤਾ ਆਹਿਸਤਾ ਸੀਗਾ, ਚਲੋ ਉੱਡਦੇ ਰਹੇ ਹੀ ਹਾਂ। ਅੱਛਾ ਸਰ ਜੀ, ਇੱਕ ਬੜਾ ਅਹਿਮ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅਕਸਰ ਅਸੀਂ ਇਸ ਚੀਜ਼ ਕਨਫਿਊਜ਼ ਹੋ ਜਾਂਦੇ ਹਾਂ ਕਿ ਯਾਰ ਅੱਸੂ 'ਚ ਕਬੂਤਰ ਕਿੰਝ ਦਾ ਛੱਡੀਏ ਜਿਹੜਾ ਘਰ ਰਾਤ ਨੂੰ ਪੂਰਾ ਹੋ ਜਾਏ। ਦੇਖੋ ਜੀ, ਨਸੀਬਾਂ ਦੀ ਵੀ ਬੜੀ ਗੱਲ ਹੈ। ਬਿਲਕੁਲ, ਉਹ ਤਾਂ ਜ਼ਾਹਿਰੀ ਬਾਤ ਹੈ। ਕੁਝ ਕਬੂਤਰ ਪਾਕਟ ਹੁੰਦੇ ਨੇ ਜਿਹੜੇ ਇੱਕ ਟਾਈਮ ਉਹਨਾਂ ਦਾ ਹੁੰਦਾ ਹੈ ਕਿ 2, 2:30, 3 ਵਜੇ ਉਹ ਸਾਹਮਣੇ ਆ ਜਾਂਦੇ ਨੇ, ਸਾਹਮਣੇ ਆ ਕੇ ਫਿਰਦੇ ਰਹਿੰਦੇ ਨੇ ਜਿਸ ਤਰ੍ਹਾਂ ਯਾਨੀ ਕਿ ਪਾਕਟ ਹੋਏ ਹੁੰਦੇ ਨੇ ਕਿ ਲਾਈਟਾਂ ਆਨ ਹੋਣਗੀਆਂ, ਫਿਰਦੇ ਫਿਰਦੇ ਫਿਰ ਅਸੀਂ ਬੈਠ ਜਾਵਾਂਗੇ। ਕੁਝ ਕਬੂਤਰ ਹੁੰਦੇ ਨੇ ਉਹ ਗਹਿਰਾਈ 'ਚੋਂ ਹੀ ਨਹੀਂ ਨਿਕਲਦੇ, ਕੁਝ ਕਬੂਤਰ ਗਹਿਰਾਈ 'ਚੋਂ ਹੀ ਆ ਕੇ ਬਹਿ ਜਾਂਦੇ ਨੇ। ਹਰ ਕਬੂਤਰ ਦੀ ਆਪਣੀ ਆਪਣੀ ਫਿਤਰਤ ਹੈ, ਆਪਣੀ ਆਪਣੀ ਕੁਆਲਿਟੀ ਹੈ। ਤੇ ਕੁਛ ਲੋਕਾਂ ਕੋਲ ਸੈੱਟ ਐਸਾ ਬਣ ਜਾਂਦਾ ਹੈ ਕਿ ਉਹ ਸਾਹਮਣੇ ਆ ਕੇ ਫਿਰਨਾ ਸ਼ੁਰੂ ਹੋ ਜਾਂਦੇ ਨੇ, ਉਹਨਾਂ ਦੀ ਰੂਟੀਨ ਬਣੀ ਹੁੰਦੀ, ਜਿਸ ਤਰ੍ਹਾਂ ਲਾਈਟਾਂ ਆਨ ਹੁੰਦੀਆਂ ਇਕੱਠੀ ਬੈਠ ਜਾਂਦੇ ਨੇ। ਸਾਡੇ ਵੀ 3-4 ਕਬੂਤਰ ਇਸ ਤਰ੍ਹਾਂ ਹੀ ਲੱਗੇ ਸੀ, ਉਹ 3-4 ਵਜੇ ਸਾਹਮਣੇ ਆ ਕੇ ਫਿਰਦੇ ਹੁਣ ਬਹਿੰਦੇ ਲਾਈਟਾਂ ਆਨ ਕਰਨੀਆਂ, ਫਿਰ ਉਹਨਾਂ ਨੇ ਬਹਿਣਾ ਸ਼ੁਰੂ ਹੋਣਾ। ਨਾਲੇ ਅੱਸੂ 'ਚ ਵੀ ਜੇਠ ਵਾਲੇ ਕਬੂਤਰ ਵੀ ਉੱਡਦੇ ਨੇ। ਹਾਂਜੀ, ਇਹ ਬੜੀ ਜ਼ਬਰਦਸਤ। ਅੱਛਾ ਭਾਈ ਨਾਲ ਗੱਲ ਅਸੀਂ ਕਰਨਾ ਚਾਹਾਂਗੇ, ਜੇਠ ਵਾਲੇ ਜ਼ਬਰਦਸਤ, ਕਬੂਤਰ ਥੋੜੀ ਚੇਰ ਨਾਲ ਕਰ ਲਓ ਜ਼ਰਾ। ਜੇਠ ਵਾਲੇ ਕਬੂਤਰ ਹੀ ਤੁਹਾਡੇ ਹਨੇਰੇ 'ਚ ਬਹਿ ਰਹੇ ਨੇ। ਜੀ ਜੀ ਠੀਕ ਹੈ ਜੀ ਜੀ। ਤੇ ਅੱਛੇ ਕਬੂਤਰ ਹੈਗੇ ਨੇ, ਤੁਸੀਂ ਅੱਸੂ 'ਚ ਉਡਾਈਓ, ਉਡਾਉਂਦੇ ਨੇ, ਸਾਰੀ ਦੁਨੀਆ ਉਡਾਉਂਦੀ। ਇਹ ਤਾਂ ਨਹੀਂ ਹੈ ਕਿ ਅੱਸੂ ਵਾਲੇ ਕਬੂਤਰ ਜੇਠ 'ਚ ਨਹੀਂ ਉੱਡ ਸਕਦੇ ਹੈਗੇ, ਉਹ ਸਾਰਾ ਹੀ ਹੁੰਦਾ ਹੈ, ਬਸ ਲੋਕਾਂ ਦਾ ਇੱਕ ਵਹਿਮ ਹੈਗਾ ਕਿ ਯਾਨੀ ਕਿ ਜੇਠ ਦਾ ਕਬੂਤਰ ਅੱਸੂ 'ਚ ਨਹੀਂ ਪਾਉਣਾ। ਯਾਨੀ ਕਿ ਬੜੀ ਅੱਛੀ ਗੱਲ ਕੀਤੀ ਭਾਈ ਨੇ। ਲੋਕਾਂ ਦਾ ਵਹਿਮ ਹੈਗਾ ਕਿ ਜੇਠ ਵਾਲਾ ਕਬੂਤਰ ਅੱਸੂ 'ਚ ਜਿਹੜਾ ਰਾਤ ਨੂੰ ਨਹੀਂ ਬਵੇਗਾ, ਇਹ ਸਾਰਾ। ਦੇਖੋ ਜੀ, ਬਹੁਤ ਅੱਛੀ ਗੱਲ ਕੀਤੀ ਹੈ ਇਹਨਾਂ ਨੇ ਕਿ ਜਿਹੜਾ ਕਬੂਤਰ ਤੁਹਾਡਾ ਅੰਧੇਰੇ ਦਾ ਲੱਗਿਆ ਹੋਇਆ, ਲਾਈਟਾਂ ਦਾ ਲੱਗਿਆ ਹੋਇਆ, ਉਹ ਤੁਸੀਂ ਉਡਾਓ, ਅੱਸੂ 'ਚ ਵੀ ਬੈਠ ਜਾਏਗਾ। ਅੱਸੂ 'ਚ ਵੀ ਬੈਠੇਗਾ, ਵਿਸਾਖ 'ਚ ਵੀ ਬੈਠੇਗਾ, ਜੇਠ 'ਚ ਵੀ ਬੈਠੇਗਾ। ਅਸਲ 'ਚ ਨਾ ਜੇਠ ਵਾਲਾ ਕਬੂਤਰ ਨਾ ਮੌਸਮ ਦੀ ਵਜ੍ਹਾ ਤੋਂ ਲੋਕ ਨਹੀਂ ਬਾਹਰ ਕੱਢਦੇ, ਹੋਰ ਇਸ਼ੂ ਨਹੀਂ ਹੁੰਦਾ। ਬਸ ਇਹ ਹੈ ਕਿ ਅੱਸੂ 'ਚ ਮੌਸਮ ਦਾ ਪਤਾ ਨਹੀਂ ਲੱਗਦਾ, 2-2 ਘੰਟੇ ਬਾਅਦ ਮੌਸਮ ਚੇਂਜ ਹੋ ਜਾਂਦਾ। 2-2 ਘੰਟੇ ਬਾਅਦ ਬਿਲਕੁਲ ਐਕਟੀ ਤੇ ਜੋ ਨੈਟ ਦੇ ਰਿਹਾ ਹੁੰਦਾ ਉਹ ਫਿਜ਼ੀਕਲੀ ਹੋ ਨਹੀਂ ਰਿਹਾ ਹੁੰਦਾ ਮੌਸਮ, ਤੇ ਉਹ ਇਸ ਲਈ ਬੰਦਾ ਕਾਫੀ ਡਿਸਟਰਬ ਹੋ ਜਾਂਦਾ ਹੈ ਕਿ ਬੰਦਾ ਕਬੂਤਰ ਛੱਡਦਾ ਕਿਸੇ ਤਰੀਕੇ ਨਾਲ, ਲੇਕਿਨ ਅੱਗੋਂ ਮੌਸਮ ਚੇਂਜ ਹੋ ਜਾਂਦਾ ਹੈ। ਅੱਛਾ, ਬੜੀ ਅੱਛੀ ਗੱਲ ਕਰ ਰਹੇ ਸੀ ਉਸਤਾਦ ਜੀ ਤੁਸੀਂ ਕਿ ਕਬੂਤਰ 2-2:30 ਵਜੇ ਜਿਹੜਾ ਸਾਹਮਣੇ ਨਿਕਲ ਆਉਂਦਾ ਅੱਸੂ 'ਚ, ਉਹ ਲਾਜ਼ਮੀ ਸ਼ਾਮ ਨੂੰ ਬਹਿੰਦਾ ਹੈ, ਤੇ ਜਿਹੜਾ ਗਰਾਈ ਕਰ ਜਾਂਦਾ ਉਹਦੇ ਚਾਂਸ ਥੋੜੇ ਘੱਟ ਹੋ ਸਕਦੇ ਨੇ। ਹਾਂਜੀ ਹਾਂਜੀ। ਅਸਲ ਦੇ ਵਿੱਚ ਨਾ ਅੱਛਾ ਕਬੂਤਰ ਜਿਹੜਾ ਹੈਗਾ ਨਾ, ਉਹ 2-2:30 ਵਜੇ ਨਿਕਲੇਗਾ ਤੇ ਸ਼ਾਮ ਤੱਕ ਜਾਏਗਾ। ਅਗਰ ਉਹ ਤੁਸੀਂ ਹੁਣ 11-12 ਵਜੇ ਵਾਲੇ ਨੂੰ ਛੇੜ ਕੇ ਡਾ ਦਿਓ ਤੇ ਉਹ 2-2:30 ਵਜੇ ਨਿਕਲ ਆਇਆ ਤੇ ਉਹਨੇ ਘੰਟਾ ਵੀ ਫਿਰਨਾ ਹੈਗਾ, ਸਾਹਮਣੇ ਘੰਟਾ ਹੀ ਫਿਰੇਗਾ। ਅੱਛਾ ਕਬੂਤਰ ਨਿਕਲਿਆ, ਉਹਨੇ ਫਿਰ ਉਤਾਰ ਚੜਾਓ ਕਰਦੇ ਨਾ, ਕਿਉਂਕਿ ਉਹ ਅੱਛਾ, ਉਹਦੇ 'ਚ ਕਪੈਸਿਟੀ ਹੈ ਉਹਦੀ, ਤੇ ਉਹ ਬਸ ਆਪਣੇ ਟਾਈਮ ਤੇ ਨਿਕਲ ਆਇਆ ਤੇ ਉਹ ਫਿਰ ਚੱਲਦਾ ਸ਼ਾਮ ਤੱਕ ਚਲਾ ਜਾਂਦਾ। ਕਿਉਂਕਿ ਉਸਤਾਦ ਜੀ ਕੁਝ ਕਬੂਤਰ ਹੁੰਦੇ ਨੇ ਮੇਰੇ ਖਿਆਲ ਨਾਲ, ਕੁਝ ਕਬੂਤਰ ਕਿ ਜਿਹੜੇ ਲਾਈਟ ਦੇ ਬਹੁਤ ਅੱਛੇ ਲੱਗੇ ਹੋਣ ਤੇ ਉਹ ਉੱਪਰ ਅੰਧੇਰਾ ਵੀ ਹੋਈਏ ਤੇ ਉੱਪਰੋਂ ਨਿਕਲ ਕੇ ਆ ਕੇ ਬੈਠ ਜਾਂਦੇ ਨੇ। ਆਖਰੀ ਬਾਜ਼ੀ ਸਾਡੇ ਕਬੂਤਰ 2-3 ਰਾਤ ਰਹਿ ਗਿਆ ਸੀ, ਜਾਣੀ ਕਿ 8:30 ਵਜੇ ਤੱਕ ਵੀ ਫਿਰਦੇ ਰਹੇ ਨੇ। 2:30 ਵਜੇ ਸਾਰੇ ਸਾਹਮਣੇ ਆ ਕੇ ਬੰਦ ਹੋ ਗਿਆ ਸੀ। 2:30 ਵਜੇ ਸਾਰੇ ਸਾਹਮਣੇ ਆ ਕੇ ਬੰਦ ਹੋ ਗਏ। ਇੱਕ ਅੱਧ ਘਰ 'ਚ ਖੜਾ ਸੀ, ਬੜਾ ਪਾਕੜ ਕਬੂਤਰ ਸੀ, 8:30 ਪੌਣੇ 9 ਵਜੇ ਤੱਕ ਫਿਰਦਾ ਰਿਹਾ, ਉਹ ਹੀ ਬੈਠਾ ਹੈਗਾ। ਤੇ 0 'ਚੋਂ ਕਬੂਤਰ ਸਾਡਾ ਇੱਕ ਨਿਕਲ ਕੇ ਬੈਠਾ ਜਿਹੜਾ ਨਜ਼ਰ ਵੀ ਨਹੀਂ ਸੀ ਆ ਰਿਹਾ, ਉਹ ਬੈਠ ਗਿਆ। 2:30 ਵਜੇ ਆਇਆ ਸੀ ਸਾਹਮਣੇ, ਵਾਪਸ ਬੰਦ ਹੋ ਗਿਆ। ਕਿਉਂਕਿ ਮੈਂ ਮੋਸਟਲੀ ਕਈ ਪੱਕੀਆਂ ਫਿਰਤਾਂ ਜਿਹੜੀਆਂ ਯਾਨੀ ਕਿ ਸਵੇਰ ਨੂੰ ਮੌਸਮ ਨਹੀਂ ਨਾ ਠੀਕ, ਮੈਂ ਰਾਤ ਨੂੰ 7 ਵਜੇ ਕੱਢ ਕੇ ਡਾ ਦਿੰਦਾ ਸੀ, 12 ਵਜੇ ਤੱਕ ਪੂਰੇ ਹੋ ਜਾਂਦੇ। ਰਾਤ ਨੂੰ 7 ਵਜੇ ਉਡਾ ਦਿੰਦੇ ਸੀ? ਹਾਂਜੀ, ਪੱਕੀ ਫਿਰਤ ਤੋਂ ਪਹਿਲੇ ਫਿਰ ਪੱਕੀ ਫਿਰਤ ਰਾਤ ਨੂੰ ਦੇ ਦਿੰਦੇ ਹੁੰਦੇ। ਕੀ ਬਾਤ ਹੈ, ਜ਼ਬਰਦਸਤ। ਦੇਖੋ ਜੀ, ਕਬੂਤਰਬਾਜ਼ੀ ਡਰ ਕੇ ਦੁਨੀਆ ਦਾ ਕੋਈ ਕੰਮ ਵੀ ਨਹੀਂ ਹੁੰਦਾ, ਦਲੇਰੀ ਨਾਲ ਕਰੋ, ਹਰ ਕੰਮ ਉਹ ਦਲੇਰੀ ਨਾਲ ਹੀ ਹੈਗਾ। ਕੀ ਬਾਤ ਹੈ, ਬਹੁਤ ਅੱਛੀ ਗੱਲ ਕੀਤੀ। ਦੇਖੋ ਇਹਨਾਂ ਨੇ ਕਿ ਪੱਕੀ ਫੜਕ ਵਾਲੇ ਦਿਨ 7 ਵਜੇ ਕਬੂਤਰ ਉਡਾ ਦਿੰਦੇ ਸੀ, ਤੇ ਇਹ ਬਹੁਤ ਹੌਸਲਾ ਚਾਹੀਦਾ ਹੈ। ਗੱਲ ਕਰਨ ਲਈ ਬਹੁਤ ਆਸਾਨ ਹੈ, ਲੇਕਿਨ ਜਦੋਂ ਉਡਾਣੇ ਹੁੰਦੇ ਨੇ ਬਹੁਤ ਮੁਸ਼ਕਿਲ ਲੱਗਦੀ ਇਨਸਾਨ ਨੂੰ। ਨੁਮਾਨ ਭਾਈ, ਬਾਜ਼ੀ ਵਾਲੇ ਦਿਨ ਤੁਸੀਂ ਪਰੇਸ਼ਾਨ ਨਹੀਂ ਹੋਵੋਗੇ, ਤੁਹਾਨੂੰ ਇੰਨਾ ਕੁ ਮਾਣ ਹੋਏਗਾ ਕਿ ਮੇਰਾ ਕਬੂਤਰ ਜਿਹੜਾ ਹੈਗਾ ਨਾ ਉਪਸੇ ਅੰਧੇਰੇ 'ਚ ਵੀ ਬਵੇਗਾ, ਸ਼ਾਮ ਤੱਕ ਵੀ ਉੱਡੇਗਾ। ਕੀ ਬਾਤ ਹੈ, ਅਗਰ ਤੁਸੀਂ ਉਸ ਤੋਂ ਪਹਿਲੇ ਉਹਨੂੰ ਨਹੀਂ ਚੈੱਕ ਕਰਦੇ ਤੇ ਤੁਸੀਂ ਬਾਜ਼ੀ ਵਾਲੇ ਦਿਨ ਪਰੇਸ਼ਾਨ ਹੋ ਕੇ ਪਤਾ ਨਹੀਂ ਬਵੇਗਾ ਜਾਂ ਨਹੀਂ ਬਵੇਗਾ, ਉੱਤੋਂ ਨਿਕਲੇਗਾ ਕਿ ਨਹੀਂ ਨਿਕਲੇਗਾ। ਬਾਕੀ ਤੇ ਅੱਲਾਹ ਪਾਕ ਦੇ ਕੰਮ ਨੇ, ਨਸੀਬਾਂ ਦੀ ਖੇਡ ਹੈ ਬਾਜ਼ੀ ਵਾਲੇ ਦਿਨ। ਬਿਲਕੁਲ ਐਂਜੀ, ਬਾਜ਼ੀ ਵਾਲੇ ਦਿਨ ਨਸੀਬਾਂ ਦੀ ਖੇਡ ਹੋਣਾ ਚਾਹੀਦਾ।
ਲੇਕਿਨ ਸਵਾਦ ਜੀ ਮੈਂ ਇੱਕ ਹੋਰ ਤੁਹਾਡੇ ਕੋਲ ਗੱਲ ਪੁੱਛਣਾ ਚਾਹਾਂਗਾ। ਅੱਗੇ ਤੁਸੀਂ ਮਾਸ਼ਾਅੱਲਾ ਬੜੀ ਇੱਕ ਅੱਛੀ ਗੱਲ ਦੱਸ ਦਿੱਤੀ ਹੈ, ਦੇਖਣ ਵਾਲੇ ਜੇ ਸਮਝਦਾਰ ਜਿਹੜਾ ਸਾਡਾ ਨਵਾਂ ਸ਼ੌਕੀਨ ਹੋਏਗਾ ਇਸ ਗੱਲ ਨੂੰ ਪਿਕ ਕਰ ਲਏਗਾ ਕਿ ਹੁਣ ਅਸੀਂ ਇਹ ਤੁਹਾਨੂੰ ਪੁੱਛਣਾ ਚਾਹਾਂਗੇ, ਤੁਸੀਂ ਕਬੂਤਰ ਉਡਾ ਰਹੇ ਸੀ ਅਸੂ 'ਚ, ਤੁਸੀਂ ਕਿਸ ਤਰ੍ਹਾਂ ਦੇ ਕਬੂਤਰ ਸਿਲੈਕਟ ਕੀਤੇ ਸੀ, ਕੀ ਵਜੂਦ ਸੀ ਉਹਨਾਂ ਦੇ ਕਿ ਇਹ ਕਬੂਤਰ ਅਸੀਂ ਪਾਈਏ? ਉਹ ਛੋਟੇ ਸਾਈਜ਼ ਦੇ, ਵੱਡੇ ਸਾਈਜ਼ ਦੇ, ਉਹ ਕਿਸ ਤਰ੍ਹਾਂ ਦੇ ਕਬੂਤਰ ਸੀ ਜਿਹੜੇ ਅਸੂ ਵਾਸਤੇ ਖਾਸ ਬੰਦਾ ਕਹਿੰਦਾ ਕਿ ਯਾਰ ਇਹ ਕਬੂਤਰ ਪਾਣੇ ਚਾਹੀਦੇ ਨੇ? ਸਿਲੈਕਸ਼ਨ ਤੁਹਾਡੀ ਕੀ ਸੀ? ਭਾਈ ਲੋਕ ਕਹਿੰਦੇ ਨੇ ਕਿ ਘੰਟੇ 2 ਘੰਟੇ 10 ਵਜੇ ਵਾਲਾ ਹੋਏ ਤੇ ਉਹ ਹੀ ਅਸੂ 'ਚ ਉੱਡਣਾ ਚਾਹੀਦਾ, ਉਹਨੂੰ ਬੰਬ ਮਾਰੀਏ ਤੇ ਉਹ ਸ਼ਾਮ ਨੂੰ ਲਾਓ ਤੇ ਉਹਨੂੰ ਸ਼ਾਮ ਨੂੰ ਬਾਲੋ। ਅਸੀਂ ਅੱਛੀ ਬੋਡੀ ਦੇ ਕਬੂਤਰ ਪਸੰਦ ਕਰਨੇ ਆ, ਸਾਈਜ਼ ਉਹਦਾ ਵੱਡਾ ਹੈ ਜਾਂ ਛੋਟਾ ਹੈ, ਲੇਕਿਨ ਜਿਹੜੇ ਉਹਦੇ ਪਾਰਟਸ ਨੇ ਨਾ ਉਹ ਪੂਰੇ ਹੋਣੇ ਚਾਹੀਦੇ ਨੇ। ਪੁਆਇੰਟਸ ਠੀਕ ਹੈ, ਜਿਸ ਤਰ੍ਹਾਂ ਹੁਣ ਤੁਸੀਂ ਹਿਸਾਬ ਲਾ ਲਓ 1 to 5 ਨੂੰ 70 ਦਾ ਇੰਜਨ ਲਾ ਦਿਓਗੇ ਤੇ ਉਹ ਤੇ ਖਿਲਰ ਜਾਏਗਾ। ਖਿਲਰ ਜਾਏਗਾ, ਬਿਲਕੁਲ ਹਾਂਜੀ। ਠੀਕ ਹੈ, ਜਾਂ 70 ਨੂੰ 1 to 5 ਦਾ ਲਾ ਦਿਓਗੇ ਤੇ ਉਹ ਵੀ ਖਿਲਰ ਜਾਏਗੀ। ਅਗਰ ਕਬੂਤਰ ਦਾ ਕੱਦ ਕਾਠ ਵੱਡਾ ਹੈ ਤੇ ਉਹਦੇ ਪੁਰਦੇ ਵੀ ਓਡੇ ਹੀ ਵੱਡੇ ਹੋਣੇ ਚਾਹੀਦੇ। ਕੱਦ ਵੱਡੇ ਛੋਟਾ ਮੈਟਰ ਉਹ ਨਹੀਂ ਕਰਦਾ ਹੈਗਾ, ਲੋਕ ਕਹਿੰਦੇ ਨੇ ਛੋਟੇ ਛੋਟੇ ਛੋਟੇ, ਉਹ ਲੇਕਿਨ ਜਿਸ ਤਰ੍ਹਾਂ ਜਿੱਦਾਂ ਕੱਦ ਓਡਾ ਹੁੰਦਾ, ਹੁਣ ਕੱਦ ਹੁੰਦਾ ਵੱਡਾ ਹੋਏ ਤੇ ਪਾਰ ਐਡਾ ਕੁ ਲੱਗਾ ਹੋਇਆ, ਉਹ ਵੀ ਨਹੀਂ ਕੰਮ ਕਰਦਾ। ਥੱਲੋਂ ਦੀ ਜੋ ਹਾਈਟ ਅੱਲਾ ਨੇ ਬਣਾਈ ਉਹਦੇ ਹਿਸਾਬ ਨਾਲ ਉਹਦੀ ਲੱਤਾਂ ਬਾਹਾਂ ਨੇ, ਚਾਹੇ ਉਹ ਪਰਿੰਦਾ ਹੈ ਹਾਂਜੀ ਚਾਹੇ ਉਹ ਇਨਸਾਨ ਹੈ, ਕੋਈ ਵੀ ਚੀਜ਼ ਹੈ। ਜ਼ਬਰਦਸਤ, ਬਹੁਤ ਅੱਛੀ ਗੱਲ। ਅੱਛਾ ਉਸਤਾਦ ਜੀ ਮੈਂ ਇੱਕ ਹੋਰ ਗੱਲ ਕਰਨਾ ਚਾਹਾਂਗਾ। ਅੱਜ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ, ਉਹਦੇ 'ਚ ਮੈਂ ਨਹੀਂ ਜਾਣਦਾ ਕੌਣ ਹੈ ਬੰਦਾ ਕੌਣ ਨਹੀਂ ਹੈ, ਦੇਖੋ ਠੀਕ ਹੈ, ਲੇਕਿਨ ਉਸ ਬੰਦੇ ਨੇ ਇੱਕ ਗੱਲ ਕੀਤੀ ਹੈ ਕਿ ਦੇਖੋ ਉਸਤਾਦ ਜਿਹੜੀ ਤੁਹਾਨੂੰ ਟਿਪਸ ਦਿੰਦੇ ਨੇ, ਕੋਈ ਗੱਲ ਦੱਸਦੇ ਨੇ, ਉਹ ਆਪਣਾ ਇੱਕ ਪ੍ਰੈਕਟੀਕਲ ਉਹਨਾਂ ਦਾ ਹੋਇਆ ਹੁੰਦਾ ਹੈ, ਠੀਕ ਹੈ, ਉਹ ਚੀਜ਼ ਦੱਸ ਰਹੇ ਹੁੰਦੇ ਨੇ ਜੀ ਤੇ ਉਹ ਕੁਛ ਹੁਣ ਬੰਦੇ ਉਹਨੇ ਐਸੀ ਗੱਲ ਕੀਤੀ ਹੈ ਕਿ ਜੀ ਉਸਤਾਦ ਜੀ ਜਿਹੜੇ ਟਿਪ ਦੱਸਦੇ ਨੇ ਲੋਕ ਲਿਆ ਕੇ ਖੁੱਡੇ ਭਰ ਲੈਂਦੇ ਨੇ ਤੇ ਬਾਅਦ ਚੋਂ ਕਬੂਤਰ ਅੱਛਾ ਨਹੀਂ ਨਿਕਲਦਾ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਕਿਉਂਕਿ ਦੇਖੋ ਇਹ ਐਕਸਪੀਰੀਅੰਸ ਹੁੰਦਾ ਹੈ ਉਸਤਾਦ ਦਾ, ਉਹਨਾਂ ਨੇ ਆਪਣਾ ਇੱਕ ਟਾਈਮ ਗੁਜ਼ਾਰਿਆ ਹੁੰਦਾ ਹੈ, ਉਹਨਾਂ ਦੀ ਬੜੀ ਮਿਹਨਤ ਹੁੰਦੀ ਹੈ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰੈਕਟੀਕਲ ਕੀਤਾ ਹੁੰਦਾ ਹੈ, ਤੇ ਕੋਈ ਵੀ ਇੱਕ ਬੰਦਾ ਉੱਠ ਕੇ ਇੰਜ ਦੀ ਗੱਲ ਕਰਦੇ ਮਾਸ਼ਾਅੱਲਾ ਉਸਤਾਦਾਂ ਦੇ ਬਾਰੇ, ਤੇ ਇਹ ਬਹੁਤ ਗਲਤ ਗੱਲ ਹੈ। ਗਲਤ ਗੱਲ ਹੈ ਜੀ, ਉਸਤਾਦ ਕੋਈ ਵੀ ਸਾਰੇ ਕਾਬਲੇ ਇਹਤਰਾਮ ਨੇ। ਬਿਲਕੁਲ ਹੈ ਹਰ ਜੀ, ਉਸਤਾਦ ਦੀ ਆਪਣੀ ਆਪਣੀ ਥਿਊਰੀ, ਆਪਣਾ ਆਪਣਾ ਤਜਰਬਾ ਹੈ, ਆਪਣੀ ਆਪਣੀ ਸੋਚ ਹੈ। ਅਸੀਂ ਤੇ ਕਿਸੇ ਨੂੰ ਨਹੀਂ ਗੱਲ ਕਰਾਂਗੇ, ਅਸੀਂ ਆਪਣੇ ਉਸਤਾਦ ਦੀ ਤੁਹਾਨੂੰ ਬਿਲਕੁਲ ਬਿਲਕੁਲ ਸ਼ੇਅਰ ਕਰਾਂਗੇ। ਬਿਲਕੁਲ। ਅਸੀਂ ਜਦੋਂ ਦੇ ਅਸੀਂ ਉਹਨਾਂ ਨੂੰ ਜਾਣਦੇ ਆ, ਉਹਨਾਂ ਨੇ ਅੱਲਾ ਤੋਂ ਡਰ ਕੇ ਕਹਿੰਦੇ ਆ ਕਿ ਉਹਨਾਂ ਨੇ ਆ ਕੇ ਕਬੂਤਰ ਦੇਖ ਕੇ ਜਿਹੜੀ ਗੱਲ ਕਰਤੀ ਹੈ ਨਾ ਕਿ ਇਹ ਉੱਡੇਗਾ ਸ਼ਾਮ ਤੱਕ, ਉਹ ਸ਼ਾਮ ਤੱਕ ਉੱਡਿਆ। ਤੇ ਸਾਨੂੰ ਜਿਸ ਤਰ੍ਹਾਂ ਉਹਨਾਂ ਨੇ ਗਾਈਡ ਕੀਤਾ, ਦੇਖੋ ਇੱਥੇ ਆਏ ਸੀ, ਛੱਤ ਨਵੀਂ ਬਣੀ, ਇਫਤਾਰ ਦੇ ਦਿਨ ਉਹਨਾਂ ਕਿਹਾ ਜੇਠ ਉੱਡਣਾ, ਫੁੱਲ ਸਰਦੀ ਚ ਜਨਵਰੀ ਠੀਕ ਦੇ ਹੈ। ਵਿੱਚ ਇਫਤਤਾਰ ਮੇਰੀ ਹੋਇਆ। ਕੋਈ 0/0 15-16 ਬੱਚੇ ਇਹਨੇ ਲਿਜਾ ਕੇ ਛੱਡੇ ਸੀ ਹੋਈ। ਬਸ ਉਹ ਤਿਆਰੀ ਸੀ। ਹਾਂਜੀ, ਲੋਕਾਂ ਨੇ ਕਿਹਾ ਜੀ ਕਿਸ ਤਰ੍ਹਾਂ ਜੇਠ ਉੱਡਣਗੇ। ਸਾਡੀ ਛੱਤ ਤੇ ਬੜੀ ਨਜ਼ਰ ਸੀ ਕਿ ਕੱਲ ਦੇ ਬੱਚੇ ਨੇ, ਬਿਲਕੁਲ ਇੰਝ ਹੀ ਹੈ। ਠੀਕ ਹੈ, ਨਵੀਂ ਛੱਤ ਤੇ ਆ ਲਾਹੌਰ ਦੇ ਵਿੱਚ ਸ਼ੌਕ ਸ਼ੁਰੂ ਇਹਨਾਂ ਨੇ ਕਰ ਦਿੱਤਾ, ਉਹ ਵੀ ਜੇਠ ਦਾ ਸ਼ੁਰੂ ਦੇ ਵਿੱਚ। ਉਹੀ ਕਰਨਾ। ਉਸਤਾਦ ਨੇ ਮੈਨੂੰ ਕਿਹਾ ਸੀ ਘੁੱਟਦਾ, ਮੈਂ ਦਿਲ 'ਚ ਰੱਖੀ ਸੀ, ਮੈਂ ਕਿਹਾ ਮੈਂ ਮਿਹਨਤ ਕਰਨੀ, ਜ਼ਬਰਦਸਤ। ਠੀਕ ਹੈ, ਸਿਲਾ ਅੱਲਾ ਨੇ ਦੇਣਾ। ਮੈਂ ਆਪਣੇ ਉਸਤਾਦ ਦੀ ਜ਼ੁਬਾਨ ਜਿਹੜੀ ਉਹਨਾਂ ਨੇ ਕੀਤੀ ਹੈ ਨਾ ਲਾਈਵ ਵੀਡੀਓ ਦੇ ਵਿੱਚ, ਕੋਸ਼ਿਸ਼ ਕਰਨੀ ਕਿ ਪੂਰੀ ਹੋਏ। ਉਹ ਅੱਲਾ ਪਾਕ ਨੇ ਬੜਾ ਕਰਮ ਕੀਤਾ, ਬੜਾ ਅੱਛਾ ਰਿਜ਼ਲਟ ਆਇਆ। ਦੇਖੋ ਉਸਤਾਦ ਨੇ ਤੁਹਾਨੂੰ ਗਾਈਡ ਹੀ ਕਰਨਾ ਹੈ, ਉਸਤਾਦ ਨੇ ਤੁਹਾਨੂੰ ਘੋਲ ਕੇ ਨਹੀਂ ਪਿਆ ਦੇਣਾ। ਘੋਲ ਕੇ ਨਹੀਂ ਪਿਆਣਾ। ਕੁਝ ਸ਼ਾਗਿਰਦ ਹੁੰਦੇ ਨੇ, ਉਹ ਕਹਿੰਦੇ ਨੇ ਸਾਨੂੰ ਨਾ ਇੱਕੋ ਦਮ ਹੀ ਪਤਾ ਚੱਲ ਜਾਏ ਤੇ ਅਸੀਂ ਜ਼ੀਰੋ ਤੋਂ ਹੀਰੋ ਹੋਈਏ। ਮਿਹਨਤ ਕਰਨੀ ਪੈਂਦੀ, ਅਸਲ ਤੁਹਾਡਾ ਪ੍ਰੈਕਟੀਕਲ ਉੱਡ ਕੇ ਸੰਭਾਲਣ 'ਚ ਹੀ ਹੁੰਦਾ, ਠੀਕ ਹੈ। ਉਸਤਾਦ ਨਾਲ ਤੁਸੀਂ ਮਸ਼ਵਰਾ ਹੀ ਕਰਨਾ ਹੈ, ਉਹਨਾਂ ਨੇ ਰੋਜ਼ ਆ ਕੇ ਡਿਊਟੀ ਤਾਂ ਨਹੀਂ ਦੇ ਸਕਦੇ, ਨਹੀਂ ਦੇ ਉਹਨਾਂ ਸਕਦੇ। ਨੂੰ ਆਪਣੇ 100 ਕੰਮ ਨੇ, ਉਹ ਸਾਡੇ ਲਈ ਤਾਂ ਨਹੀਂ ਆਉਣੇ ਹੈਗੇ, ਹੋਰ ਵੀ ਉਹਨਾਂ ਦੇ ਸ਼ਾਗਿਰਦ ਹੈਗੇ। ਹਾਂ ਇਹ ਹੈ, ਤੁਸੀਂ ਕਹਿ ਸਕਦੇ ਉਸਤਾਦ ਫੋਨ ਨਹੀਂ ਚੁੱਕਦਾ ਜਾਂ ਇੰਝ ਨਹੀਂ ਕਰਦਾ, ਸਾਡਾ ਤੇ ਸ਼ੁਕਰ ਹੈ ਅੱਲਾ ਦਾ, ਮਿਸ ਕਾਲ ਵੀ ਚਲੀ ਜਾਏ ਤਾਂ ਫੋਨ ਆ ਜਾਂਦਾ। ਤੋ ਇਹ ਹੈਗਾ, ਅਸੀਂ ਜਿਸ ਤਰ੍ਹਾਂ ਉਹ ਗਾਈਡ ਕਰਦੇ ਗਏ ਉਸ ਤਰ੍ਹਾਂ ਅਸੀਂ ਚੱਲਦੇ ਗਏ। ਅਸੀਂ ਆਪਣੇ ਕੋਲੋਂ ਕੋਈ ਰੰਗਬਾਜ਼ੀ ਕਰਨ ਦੀ ਯਾਨੀ ਕਿ ਕੋਸ਼ਿਸ਼ ਜੇ ਉਹਨਾਂ ਨੇ ਕਿਹਾ ਇਹ ਇੰਨੀ ਲਾਈਨ ਲਗਾਣੀ ਹੈ ਉਨੀ ਹੀ ਲਗਾਣੀ ਹੈ, ਇਹ ਨਹੀਂ ਕੀਤਾ ਕਿ ਚੱਲ ਯਾਰ ਥੋੜੀ ਜ਼ਿਆਦਾ ਲਾ ਲਾਂ ਜਾਂ ਘੱਟ ਲਾ ਲਾਂ। ਉਹਨਾਂ ਨੇ ਸਾਨੂੰ ਜ਼ਹਿਰ ਵੀ ਦੇ ਦਿੱਤਾ, ਅਸੀਂ ਕਬੂਤਰ ਨੂੰ ਦੇ ਦਿੱਤਾ। ਔਰ ਅੱਛਾ ਕਬੂਤਰ ਸਾਡਾ ਉੱਡ ਰਿਹਾ, ਉਹਨਾਂ ਨੇ ਕਹਿਣਾ ਇਹ ਨਹੀਂ ਪਾਣਾ ਹੈਗਾ, ਉਹ ਉਹਨਾਂ ਨੂੰ ਉਹ ਕਦੀ ਨਹੀਂ ਪਾਇਆ। ਹੁਣ ਮੈਂ ਤੁਹਾਨੂੰ ਦੱਸਣਾ ਕਿ ਆਪਣੇ ਮੇਰੇ ਉਸਤਾਦ ਦੀ ਜਿਹੜੀ ਸੋਚ ਹੈ, ਜੇਠ ਦੀ ਸੁਬਹ ਪਹਿਲੀ ਬਾਜ਼ੀ ਉੱਡਣੀ ਸੀ, ਉਸਤਾਦ ਹਰੀ ਆਏ ਨੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਿਹੜੇ ਕਬੂਤਰ ਸਿਲੈਕਟ ਕੀਤੇ। ਅਕਸਰ ਉਸਤਾਦ ਕਰਦੇ ਨੇ ਲਿਆਓ ਕਬੂਤਰ ਸਿਲੈਕਟ, ਅਸੀਂ ਕਰਾਂਗੇ ਬਿਲਕੁਲ ਇੰਝ ਹੀ ਕਿਹੜੇ ਹੈ। ਪਾਣੇ।
ਉਸਤਾਦ ਨੇ ਮੈਨੂੰ ਕਿਹਾ ਕਿਹੜੇ ਕਬੂਤਰ ਸਿਲੈਕਟ ਕੀਤੇ ਨੇ, ਮੈਂ ਗਿਆ ਲਈ ਆ ਦੇਖੀ ਗਏ ਨੇ, ਮੈਂ ਕਿਹਾ ਹੀ ਕਰਨੇ ਨੇ, ਮੈਂ ਕਿਹਾ ਜੀ ਓਕੇ ਆ ਹੀ ਕਰਨੇ ਨੇ। ਕਿੰਨੇ ਕਬੂਤਰ ਛੇੜਨੇ ਨੇ, ਕਬੂਤਰ ਆਂਦਾ ਸੀ ਛੇੜਨਾ, ਅਗਰ ਮੈਂ ਕਿਹਾ ਹਾਂਜੀ ਉਹਨਾਂ ਕਿਹਾ ਠੀਕ ਹੈ, ਫਿਰ ਕਿੰਨੇ ਕੁ ਪਰਸੈਂਟ ਛੇੜਦਾ, ਅੱਛਾ ਉਹ ਚੋਂ 10 ਛੇੜਨਾ ਹੀ ਕਿ 20 ਛੇੜਨਾ ਹੀ, ਕੀ ਬਾਤ ਹੈ। ਕਬੂਤਰ ਨਹੀਂ ਜ਼ਿਆਦਾ ਛੇੜਦੇ। ਅਕਸਰ ਉਸਤਾਦ ਹੁੰਦੇ ਨੇ ਉਹ ਕਹਿੰਦੇ ਨੇ ਲਿਆਓ ਜੀ ਗੋਲੀ ਬਾਂਟਾ ਦਿੱਤਾ, ਸਵੇਰੇ ਉੱਡ ਗਿਆ ਮੇਰਾ ਨਾਂ ਹੋ ਜਾਏਗਾ, ਛੇਤੀ ਨਾ ਕਿਤੇ ਪੈ ਜਾ। ਉਹਨਾਂ ਨੇ ਸਾਨੂੰ ਪੁੱਛ ਕੇ ਕਬੂਤਰ ਛੇੜੇ ਨੇ। ਜ਼ਬਰਦਸਤ। ਠੀਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਮੈਂ ਇਹਨਾਂ ਨੂੰ ਜੋ ਮਰਜ਼ੀ ਦੇ ਦਿਆਂ, ਇਹ ਉੱਡਣੇ ਚਾਹੀਦੇ ਨੇ। ਉਹਨਾਂ ਮੈਨੂੰ ਪੁੱਛਿਆ, ਉਹਨਾਂ ਕਿ ਫਿਰ ਤਾਂ ਤੂੰ ਲਈਆਂ, ਤੈਨੂੰ ਪਤਾ ਹੋਣਾ ਚਾਹੀਦਾ ਤੇਰਾ ਕਬੂਤਰ ਕੀ ਕਰ ਰਿਹਾ ਤੇ ਕੀ ਨਹੀਂ। ਬਿਲਕੁਲ ਨਾਗੇ ਬਾਈ, ਨਾਗੇ ਕਿੰਨੀਆਂ ਹਾਂਜੀ। ਫੜਕਾਂ ਦੀਆਂ ਕਿੰਨੇ ਵਜੇ ਤੱਕ ਦੀਆਂ, ਜ਼ਾਹਿਰ ਹੈ ਜ਼ਬਰਦਸਤ, ਬਹੁਤ ਅੱਛੀ ਗੱਲ ਤੁਸੀਂ ਇਹ ਦੱਸ ਰਹੇ ਉਹਨਾਂ ਜੇ। ਨੇ ਬੜੇ ਤਸੱਲੀ ਦੇ ਨਾਲ ਸਾਨੂੰ ਗਾਈਡ ਕੀਤਾ, ਯਾਨੀ ਕਿ ਅਸੀਂ ਵੀ ਆਪਣੀ ਨਹੀਂ ਨਾ ਕੀਤੀ ਹੈਗੀ, ਤੇ ਉਹਨਾਂ ਵੀ ਕਿਸੇ ਜਗ੍ਹਾ ਤੇ ਕਬੂਤਰ ਨੂੰ ਸ਼ਾਮਾਂ ਤੱਕ ਬਾਂਧ ਲਈ, ਉਹਨਾਂ ਨਾਲ ਕਬੂਤਰਾਂ ਨਾਲ ਕੋਈ ਜ਼ਬਰਦਸਤ ਜ਼ਿਆਦਤੀ ਨਹੀਂ ਕਰਦੇ। ਬਿਲਕੁਲ ਅੱਛੀ, ਬਹੁਤ ਅੱਛੀ ਗੱਲ ਹੈ। ਇੱਕ ਅੱਛੇ ਉਸਤਾਦ ਦੀ ਇਹੀ ਚੀਜ਼ ਹੁੰਦੀ ਹੈ। ਕਬੂਤਰ ਸਾਡੇ 2 ਰਾਤ ਰਹਿ ਗਿਆ ਪਹਿਲੀ ਬਾਜ਼ੀ ਪਹਿਲੀ ਬਾਜ਼ੀ ਸਾਡੇ ਬੜੇ ਅੱਛੇ ਘੰਟੇ ਬਣ ਰਿਹਾ ਸੀ, ਤੇ ਸਾਡੇ 58 ਘੰਟੇ ਬਣੇ ਸੀ 5 ਕਬੂਤਰਾਂ ਦੇ ਨਾਲ। 5 ਕਬੂਤਰਾਂ ਦਾ ਹਾਂਜੀ, ਮਾਸ਼ਾਅੱਲਾ ਦੋ ਬਿਲਕੁਲ ਜ਼ਬਰਦਸਤ। ਸਾਹਮਣੇ ਆਏ, ਯਾਨੀ ਕਿ ਵੀਡੀਓ ਬਣ ਰਹੀ ਸੀ। ਇੱਕ ਤੇ ਪੈਰ ਲਾਉਣ ਢੇਰੇ 'ਚ ਨਹੀਂ ਸੀ ਲੱਗੇ ਕਬੂਤਰ। ਇੱਥੇ ਸਾਹਮਣੇ ਇਸ ਟੈਂਕੀ ਤੇ ਹਾਲਾਂਕਿ ਉਹਨਾਂ ਮੈਨੂੰ ਕਿਹਾ ਸੀ ਕਬੂਤਰ ਨੂੰ ਢੇਰੇ 'ਚ ਲਾ ਲੈ, ਮੈਂ ਕਿਹਾ ਉਸਤਾਦ ਜੀ ਗਰਮੀ ਬੜੀ ਪੈਣੀ ਹੈ ਤੇ ਕੋਈ ਗੱਲ ਨਹੀਂ। ਇਹ ਉਸਤਾਦ ਜੀ ਜੇਠ ਦੀ ਗੱਲ ਤੁਸੀਂ ਦੱਸ ਰਹੇ ਜੀ। ਜੇਠ ਦੀ ਗੱਲ ਦੱਸ ਰਹੇ। ਕੀ ਬਾਤ ਹੈ। ਜੇਠ ਦੀ ਗੱਲ ਦੱਸੇ ਸਭ ਦੇਖਣ ਵਾਲਿਆਂ ਨੂੰ ਮੈਂ ਦੱਸ ਦੇਵਾਂ ਇੱਕ ਦਫਾ ਕਿ ਕਿਉਂਕਿ ਇਹ ਨਾ ਸੋਚਣ ਕਿ ਸ਼ਾਇਦ ਐਸੂ ਦੀ ਗੱਲ ਦੱਸ ਰਹੇ ਜਾਂ ਜੇਠ ਦੀ ਗੱਲ ਦੱਸ ਰਹੇ। ਅੱਛਾ, ਜੇਠ ਦੇ ਮੁਕਾਬਲੇ ਕਿੰਦੇ ਨਾਲ ਲੱਗੇ ਸੀ ਤੁਹਾਡੇ? ਕੋਈ ਐਸਾ ਹਰੀਫ ਹੋਵੇ ਜਿਹਦੇ ਨਾਲ ਤੁਹਾਡਾ ਮੁਕਾਬਲਾ ਉੱਡਿਆ ਹੋਵੇ, ਤੁਸੀਂ ਕਹੋ ਯਾਰ ਕਮਾਲ ਹੋ ਗਈ ਸੀ ਯਾਰ, ਉਹ ਬਾਜ਼ੀ ਦਾ ਮਜ਼ਾ ਆ ਗਿਆ ਸੀ? ਸਾਡਾ ਕੋਈ ਮੁਸ਼ਕਿਲ ਨਹੀਂ ਆਈ ਹੈਗੀ। 27 ਘਰਾਂ ਨਾਲ ਲੱਗੇ ਸੀ, 28 ਘਰਾਂ ਦੇ ਨਾਲ ਸੀ, ਸਾਨੂੰ ਨਾ ਕੋਈ ਐਡੀ ਮੁਸ਼ਕਿਲ ਨਹੀਂ ਆਈ। ਅੱਲਾ ਦਾ ਸ਼ੁਕਰ ਹੈ ਕਿ ਅਸੀਂ ਬੜੇ, ਸਾਡੇ ਤੋਂ ਸਿਰਫ 2 ਘਰ ਜਿੱਤੇ ਸੀ 5ਵੀਂ ਬਾਜ਼ੀ। ਅੱਛਾ। ਤੇ ਉਸਤਾਦ ਹਰੀ ਆਏ ਨੇ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਸ ਤਰ੍ਹਾਂ ਕਰੀਏ ਕਿ ਆਪਾਂ ਸਵੇਰ ਕਬੂਤਰ ਠੰਡੇ ਕਰ ਦਈਏ। ਕਹਿੰਦੇ ਕੀ ਵਜ੍ਹਾ? ਮੈਂ ਕਿਹਾ ਸਾਰਿਆਂ ਨੂੰ 3 ਹੋਈਆਂ, ਚੌਕੇ ਤੇ 20 ਛੱਤਾਂ ਸੀ, 10 ਨੂੰ ਹੋ ਗਿਆ, 10 ਰਹਿ ਗਈਆਂ, ਤੇ ਬਾਕੀਆਂ ਨੇ ਇੱਕ ਫੜੀ ਸਾਡੇ ਤੋਂ, ਤੇ ਉਹਨਾਂ ਨੂੰ ਇੱਕ ਹੋਰ ਫੜਨ ਦੇਈਏ ਤੇ ਆਪਾਂ ਕਬੂਤਰ ਬਹਾ ਲਈਏ। ਸਵੇਰ ਸਾਰਿਆਂ ਨੇ ਡਦੇ ਮਾਰਨੇ ਨੇ, ਆਪਣੇ ਕਬੂਤਰ ਅੰਧੇਰੇ 'ਚ ਨਹੀਂ ਲੱਗੇ, ਆਪਾਂ ਜ਼ੋਰ ਲਵਾ ਕੇ ਕੀ ਲੈਣਾ। ਉਹਨਾਂ ਨੇ ਮੇਰੀ ਗੱਲ ਫੋਲੋ ਕੀਤੀ, ਉਹਨਾਂ ਕਿਹਾ ਯਾਰ ਗੱਲ ਤੇ ਠੀਕ ਹੈ, ਮਜ਼ੇਦਾਰੀ ਸੀ ਗੱਲ ਦੇ ਵਿੱਚ, ਬਹੁਤ ਅੱਛੀ ਗੱਲ ਹੈ। ਅਸੀਂ ਕਬੂਤਰ ਠੰਡੇ ਕਰਤੇ। ਸਾਡਾ ਕੋਈ 12 ਵਜੇ ਪਹਿਲਾਂ ਬੈਠਾ, 1 ਵਜੇ ਅਸੀਂ ਪੂਰੇ ਕਰ ਲਏ। ਆਵਾਜ਼ਾਂ ਆਉਣ ਲੱਗ ਪਈਆਂ, ਗਰਮੀ ਪਈ ਤੇ ਕਬੂਤਰ ਬਹਿ ਗਏ। ਅਸੀਂ ਕਿਹਾ ਕੋਈ ਗੱਲ ਨਹੀਂ। ਉਹੋ ਹੀ ਗੱਲ ਹੋਈ, ਜਿੰਨੀਆਂ ਛੱਤਾਂ ਸਾਡਾ ਜਿੱਤੀਆਂ ਸਾਰੀਆਂ ਹੀ 7.5 ਮਾਰੇ। ਅੱਛਾ। ਹਾਂਜੀ, ਨਾ ਨਹੀਂ ਉਹਨਾਂ ਦੇ ਲਵਾਂਗੇ, ਜ਼ਾਹਿਰੀ ਬਾਤ, ਸਾਰਿਆਂ ਨੇ 7.5 ਮਾਰੇ। ਮੈਂ ਕਿਹਾ ਉਸਤਾਦ ਜੀ ਵੇਲ, ਉਹਨਾਂ ਕਿਹਾ ਯਾਰ ਬੜੇ, ਮੈਂ ਕਿਹਾ ਹੁਣ ਅਗਲੀ ਬਾਜ਼ੀ ਇਹਨਾਂ ਦੇ ਉੱਡਣੇ ਕੋਈ, ਹੁਣ ਆਪਣੀ ਵਾਰੀ ਹੈ। ਉਹ ਮਾਸ਼ਾਅੱਲਾ ਅਸੀਂ 6ਵੀਂ ਬਾਜ਼ੀ ਛੱਡੀ, ਉਹ ਸਾਰੀਆਂ ਹੀ ਦੂਸਰੇ ਨਾਲ ਫਰਕ ਹੋ ਗਈ। ਦੂਸਰੇ ਕਬੂਤਰਾਂ ਸਭ ਨੂੰ ਜਿੱਤ ਗਏ? ਹਾਂਜੀ, ਤੇ ਟੈਂਪਰੇਚਰ ਠੀਕ ਹੋ ਗਿਆ ਸੀ ਨਾ। ਅੱਛਾ, ਟੈਂਪਰੇਚਰ ਬਹੁਤ ਹੋ ਗਿਆ। ਸਾਡੇ ਕਬੂਤਰ ਜਾਨ 'ਚ ਆ ਗਏ। ਗੱਲ ਹੈਗੀ ਹੈ ਕਬੂਤਰਬਾਜ਼ੀ ਬੜੇ ਪਿਆਰ ਮੁਹੱਬਤ, ਮੈਂ ਵੀ ਬੜਾ ਗੁਸੈਲ ਤੇ ਬੜਾ ਫਾਸਟ ਚੱਲਦਾ ਸਾਂ, ਯਾਨੀ ਕਿ ਜਲਦਬਾਜ਼ੀ ਕਰ ਲਵੇ ਬੰਦੇ। ਬਹੁਤ ਕਿਸੇ ਨੇ ਕਹਿਤਾ ਬਾਜ਼ੀ ਲਾਣੀ, ਤੁਹਾਨੂੰ ਕਹਿ ਤੂੰ ਆ ਜਾ ਦੇਣ, ਲੇਕਿਨ ਹੁਣ ਉਹ ਮਚੋਰ। ਬਿਲਕੁਲ, ਨਾਲੇ ਮਾਸ਼ਾਅੱਲਾ ਤੁਸੀਂ ਖੁਦ ਹੁਣ ਇੱਕ ਉਸਤਾਦ ਹੋ ਗਏ ਜੇ, ਕਿਉਂਕਿ ਇੱਕ ਇਹ ਜਿਹੜਾ ਉਸਤਾਦ ਤੁਹਾਡੇ ਨਾਂ ਦੇ ਨਾਲ ਲੱਗ ਗਿਆ ਨਾ, ਮਾਸ਼ਾਅੱਲਾ ਬਹੁਤ ਵੱਡੀ ਗੱਲ ਹੁੰਦੀ ਹੈ। ਤੇ 7ਵੀਂ ਬਾਜ਼ੀ ਮਾਸ਼ਾਅੱਲਾ ਸਾਡੇ 6 ਘਰ ਰਹਿ ਗਏ ਸੀ ਬਸ, ਹਾਂਜੀ, ਬਾਕੀ ਸਭ ਨੂੰ। ਹਾਂਜੀ, ਤੇ ਉਹ ਫਿਰ ਮਾਸ਼ਾਅੱਲਾ ਸਾਡਾ ਕਬੂਤਰ 5ਵਾਂ ਹੀ ਬੈਠਾ ਸੀ 7 ਵਜੇ, ਉਹ ਸਾਰਿਆਂ ਨੂੰ ਜਿੱਤ ਗਿਆ ਸੀ। 2 ਕਬੂਤਰ ਸਾਡੇ 7ਵੀਂ ਬਾਜ਼ੀ ਵੀ ਰਾਤ ਰਹਿ ਗਏ ਸੀ, ਜਿੱਦਣ ਠੀਕ ਟੈਂਪਰੇਚਰ ਸੀ। ਉਦੋਂ ਵੀ 2 ਰਾਤ ਰਹਿ ਗਏ, ਜਿਹੜੇ ਤੁਸੀਂ ਦੱਸ ਰਹੇ ਸੀ ਅੱਗੇ ਸਾਦੇ ਕਬੂਤਰ ਰਹੇ ਨੇ, ਹਾਂਜੀ, ਉਹੀ ਰਹੇ ਸੀ? ਇੱਕ ਉਹਨਾਂ ਚੋਂ ਹੀ ਸੀ, ਇੱਕ ਮਾਦੀ ਰਹਿ ਗਈ। ਅੱਛਾ ਅੱਛਾ। ਸਾਡੇ 6ਵੀਂ ਬਾਜ਼ੀ ਵੀ 2 ਰਾਤ ਰਹੇ ਨੇ, ਤੀਸਰੀ ਬਾਜ਼ੀ ਵੀ 2 ਰਾਤ ਰਹੇ। ਇਹ ਜੇਠ 'ਚ ਤੁਹਾਡੇ ਕਬੂਤਰ ਰਾਤ ਰਹੇ ਨੇ, ਫਿਰ ਤੁਹਾਨੂੰ ਕਿਹੜਾ ਮੌਸਮ ਚਾਹੀਦਾ? ਮਾਸ਼ਾਅੱਲਾ ਬਹੁਤ ਅੱਛੇ ਪਰਿੰਦੇ ਤੁਹਾਡੇ। ਤੇ ਕਿਹੜੇ ਪਰਿੰਦੇ ਤੁਸੀਂ ਸਿਲੈਕਟ ਜ਼ਿਆਦਾ ਕਰ ਰਹੇ ਜੇ? ਉਸਤਾਦ ਵਾਲੇ ਪਰਿੰਦੇ ਨੇ ਕਿ ਮਿਕਸਿੰਗ ਨੇ? ਕਰਨੇ ਹੁੰਦੇ ਨੇ, ਅਸੀਂ ਪਰਿੰਦੇ ਕਦੀ ਨਹੀਂ ਸਿਲੈਕਟ ਕੀਤੇ, ਜੋ ਉਹਨਾਂ ਕਹਿਣਾ ਨਾ। ਇਹ ਉਹਨਾਂ ਦਾ ਸ਼ਾਗਿਰਦ ਹੈਗਾ, ਮੈਂ ਤੇ ਕਿਸੇ ਦਾ ਵੀ ਸ਼ਾਗਿਰਦ ਨਹੀਂ ਹੈਗਾ, ਤੇ ਮੈਂ ਹੀ ਇਹਨੂੰ ਕਰਵਾਇਆ ਸੀ, ਕਿਉਂਕਿ ਜਦੋਂ ਉਹਨਾਂ ਕੋਲ ਜਾਣਾ ਸ਼ੁਰੂ ਹੋਇਆ ਨਾ ਪਤਾ ਲੱਗਾ। ਅੱਛਾ ਅੱਛਾ ਅੱਛਾ। ਸਾਰੀ ਅਸੀਂ ਵੀ ਕੋਈ 8-10 ਸਾਲ ਤੋਂ ਕਰ ਰਹੇ ਹਾਂ, ਲੇਕਿਨ ਨਾ ਇੱਕ ਮਹੱਲੇ ਲੈਵਲ ਦੀ ਕਬੂਤਰਬਾਜ਼ੀ ਕਰ ਰਹੇ ਸਾਂ, 10-4-5 ਘਰਾਂ ਦੇ ਨਾਲ ਕਬੂਤਰਬਾਜ਼ੀ ਸਾਡੀ ਹੋ ਰਹੀ ਸੀ। ਲੇਕਿਨ ਜਦੋਂ ਉਹਨਾਂ ਕੋਲ ਜਾਣਾ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਕਿ ਕੰਮ ਬਹੁਤ ਆਸਾਨ ਹੈ, ਜੇਠ ਉੱਡਣਾ ਵੀ ਬਹੁਤ ਆਸਾਨ ਹੈ। ਅੱਛਾ। ਤੇ ਸਿਰਫ ਕਿਆ ਬਲੱਡ ਬਾਤ। ਲਾਈਨ ਤੋਂ ਬਾਹਰ ਆਣਾ ਹੈ। ਅੱਛਾ।
ਇਹ ਨਹੀਂ ਸੋਚਣਾ ਕਿ ਇਹ ਜੋੜੇ ਦੇ ਬੱਚੇ ਇੱਕ ਉੱਡ ਗਿਆ ਨਾ ਤੇ 20 ਇਹਦੇ ਕੱਟ ਕੇ ਘਰ ਵੀ ਰੱਖਣੇ ਨੇ, ਖਰਾਬੀ ਉੱਥੋਂ ਪੈਦਾ ਹੋ ਜਾਏਗੀ। ਤੇ ਮੇਰਾ ਇਸ ਚੀਜ਼ ਤੇ ਮਾਣ ਹੈ ਕਿ ਜਿੰਨਾ ਸਾਡੀ ਪਰਸਨਲ ਆਬਜ਼ਰਵੇਸ਼ਨ ਹੈ ਮੇਰੀ, ਕਿ ਇਮਰਾਨ ਭਾਈ ਨੂੰ ਜਿੰਨਾ ਨੌਲੇਜ ਹੈ ਨਾ ਕਬੂਤਰਬਾਜ਼ੀ ਦਾ, ਬਹੁਤ ਮੌਜੂਦਾ ਦੌਰ ਦੇ ਵਿੱਚ ਅਸੀਂ ਹਲੇ ਤੱਕ ਤੇ ਕਿਸੇ ਕੋਲ ਨਹੀਂ ਵੇਖਿਆ। ਲੋਕਾਂ ਕੋਲ ਹੋਏਗਾ ਵੀ ਹੈ, ਬਿਲਕੁਲ ਬੜੇ ਬੜੇ ਅੱਛੇ ਉਹਨਾਂ ਤੋਂ ਵੀ ਉਸਤਾਦ ਨੇ, ਲੇਕਿਨ ਜੋ ਸਾਡੀ ਆਬਜ਼ਰਵੇਸ਼ਨ ਹੈ ਨਾ ਕਿ ਲੋਕ ਉਹਨਾਂ ਕੋਲ ਘਰ ਸਿਲੈਕਟ ਕਰਵਾਉਣ ਲਿਆ ਰਹੇ ਨੇ ਆਊਟ ਆਫ ਸਿਟੀਜ਼ ਤੋਂ, ਬਿਲਕੁਲ ਹਾਂਜੀ ਬੜੀ ਬੜੀ ਦੂਰੋਂ ਲੋਕ ਘਰ ਲੈ ਕੇ ਆ ਰਹੇ ਨੇ, ਸਿਲੈਕਟ ਕਰੋ। ਫਿਰ ਉਹ ਜਿਨ੍ਹਾਂ ਦੀ ਛੱਤ ਤੇ ਜਾ ਕੇ ਜੋ ਕਬੂਤਰਾਂ ਦਾ ਦੱਸ ਰਹੇ ਨੇ, ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਨਹੀਂ ਜੀ ਤੁਸੀਂ ਗਲਤ ਦੱਸ ਰਹੇ ਜੀ। ਬਿਲਕੁਲ ਬੜੇ ਸਹੀ ਗੱਲ ਤਹੱਮਲ ਨਾਲ ਰਹਿਣਾ ਹੈ, ਠੀਕ ਹੈ, ਖੁਸ਼ ਮਿਜ਼ਾਜ ਇਨਸਾਨ ਨੇ, ਪਿਆਰ ਮੁਹੱਬਤ ਵਾਲੇ ਇਨਸਾਨ ਨੇ। ਤੋ ਜੋ ਨੌਲੇਜ ਉਹਨਾਂ ਕੋਲ ਹੈਗਾ ਨਾ ਔਰ ਸਾਨੂੰ ਟਰਾਂਸਫਰ ਹੋਇਆ ਹੈ, ਇਹ ਨਹੀਂ ਕਿ ਮੈਂ ਸ਼ਾਗਿਰਦ ਨਹੀਂ ਹੈਗਾ, ਮੈਨੂੰ ਨਹੀਂ, ਇਹਦੇ ਨਾਲ ਬਹੁਤਾ ਮੈਨੂੰ ਦੱਸਦੇ ਨੇ, ਕਿਆ ਬਾਤ ਜਿਹੜੀ ਚੀਜ਼ ਪੁੱਛਣੀ ਉਹਨਾਂ ਦੱਸਣੀ ਹੀ ਹੈ। ਸਾਨੂੰ ਵੀ ਉਹ ਕਹਿੰਦੇ ਨੇ ਯਾਰ ਕੋਈ ਪੁੱਛੇ ਉਹਨੂੰ ਦੱਸ ਦਿਓ। ਫਿਰ ਉਹਨਾਂ ਅੱਛਾ। ਤੋਂ ਪਹਿਲੇ ਸ਼ਾਗਿਰਦ ਹੋਣ ਤੋਂ ਪਹਿਲੇ ਜਿੰਨੇ ਕਬੂਤਰ ਅਸੀਂ ਰੱਖੇ ਸੀ, ਕੋਈ ਲੱਖ ਦਾ ਵੀ ਜੋੜਾ ਖਰੀਦਿਆ ਉਹਨਾਂ ਨੇ ਕਿਹਾ ਨਾ ਬੇਕਾਰ ਹੈ, ਉਹ ਫ੍ਰੀ ਚ ਕਰਤੇ ਨੇ ਲੋਕਾਂ ਨੂੰ, ਫੌਰਨ ਹੀ ਨਾ ਵੈਰੀ ਨੈਕਸਟ ਡੇ ਫਾਰਗ ਕਰਤੇ ਨੇ ਉਹ। ਤੇ ਤੁਹਾਡੀ ਕਾਮਯਾਬੀ ਦਾ ਅੱਜ ਰਾਜ਼ ਵੀ ਸ਼ਾਇਦ ਹੈ ਹੀ ਜੇ ਕਿ ਤੁਸੀਂ ਇਹ ਨਹੀਂ ਚੀਜ਼ ਦੇਖੀ ਕਿ ਯਾਰ ਲੱਖ ਦਾ ਹੈ ਉਹਨੂੰ ਖੁੱਡੇ 'ਚ ਹੀ ਰੱਖੀਏ, ਉਹ ਰਿਜ਼ਲਟ ਦੇ ਰਿਹਾ ਨਹੀਂ ਦੇ ਰਿਹਾ। ਹਾਂਜੀ, ਉਹ ਹਾਲੇ ਵੀ ਅਸੀਂ ਕੋਈ ਖਰੀਦ ਕੇ ਲੈ ਆਈਏ ਨਾ ਕਿਤੋਂ ਲੰਘਦੇ ਟੱਪਦੇ ਕਿਤੇ ਗਿਆ ਹੋਈਏ ਤੇ ਉਹ ਲੈ ਆਈਏ ਤੇ ਅਸੀਂ ਉਹਨਾਂ ਨੂੰ ਚੈੱਕ ਕਰਾ ਲਈ, ਅਗਰ ਉਹ ਆਂਦੇ ਨੇ ਨਾ ਠੀਕ ਹੈ, ਉਹ 2 ਮਹੀਨੇ 4 ਮਹੀਨੇ ਪਿਆ ਰਵੇ, ਜਿੱਦਣ ਉਹਨਾਂ ਦਾ ਚੱਕਰ ਲੱਗਣਾ ਨਾ ਠੀਕ, ਉਦੋਂ ਉਹ ਜੋੜੇ ਲੱਗੇਗਾ, ਨਹੀਂ ਤਾਂ ਉਹਨੇ ਸਾਈਡ ਤੇ ਹੀ ਰਹਿਣਾ। ਕਿਉਂਕਿ ਐਸਾ ਟਾਈਮ ਹੈ, ਤੁਹਾਨੂੰ ਪਤਾ ਦੁਨੀਆ ਦਾ ਐਸਾ ਹੁਣ ਵਕਤ ਗੁਜ਼ਰ ਰਿਹਾ ਕਿ ਟਾਈਮ ਨਹੀਂ ਹੈਗਾ ਹਰ ਬੰਦੇ ਕੋਲ। ਬਿਲਕੁਲ ਬਿਲਕੁਲ 20 ਬੱਚੇ ਉਹੋ ਜਿਹੇ ਛੱਡ ਲਓ, 100 ਗੰਦੇ ਛੱਡਣ ਨਾਲੋਂ 20 ਚੰਗੇ ਛੱਡ ਲਓ। 20 ਚੰਗੇ ਛੱਡ ਲਓ। ਤੋ ਇਹ ਸਾਰਾ ਫੋਕਸ ਹੈਗਾ ਕਿ 100 ਜੋੜਾ ਨਹੀਂ ਲਾਣਾ ਹੈਗਾ, 25-30 ਜੋੜੇ ਲਾ ਲਓ, ਲੇਕਿਨ ਇੱਕ ਅੱਛੇ ਤੇ ਸਿਲੈਕਟਡ ਜੋੜੇ ਬਿਲਕੁਲ ਐਂ ਜੀ, ਮੈਂ ਜਿੰਜ ਦੇਖ ਵੀ ਰਿਹਾ ਕਿ ਬਿਲਕੁਲ ਤੁਸੀਂ ਮੁਨਾਸਿਬ ਜੇ ਐਸੇ 2 ਜੋੜਿਆਂ ਵਾਲੇ ਖੁੱਡੇ ਜੇ ਤੇ ਇਹਨਾਂ ਚ 20 15 ਹਾਂ ਬਿਲਕੁਲ ਐਂ ਜੀ, ਐਨੇ ਕਿ ਬਿਲਕੁਲ ਘੱਟ ਪਰਿੰਦੇ ਨਜ਼ਰ ਆਏ ਨੇ। ਦੇਖੋ ਜਿੰਜ ਸਭ ਉਸਤਾਦਾ ਕਰਾਮ ਕਹਿੰਦੇ ਨੇ ਕੁਆਲਿਟੀ ਰੱਖੋ, ਕੁਆਂਟੀਟੀ ਨਹੀਂ। ਹਾਂਜੀ ਔਰ ਸਾਨੂੰ ਕਿਤੋਂ ਕੋਈ ਬੱਚਾ ਨਹੀਂ ਜੀ ਆਉਂਦਾ, ਜੇ ਚਲੇ ਗਏ ਉਸਤਾਦ ਹਰਾਂ ਕੋਲ 5-10 ਆ ਜਾਣ, ਸਾਲ ਦੇ ਵਿੱਚ ਆ ਜਾਣ, ਕਦੀ ਕਿਸੇ ਨੂੰ ਨਹੀਂ ਕਿਹਾ ਕਿ ਇੱਥੇ ਬੱਚੇ ਛੱਡੋ ਛੱਤ ਨਵੀਂ ਬਣਾਈਏ। ਸਿਰਫ ਇਹ ਵੇ ਕਿ ਆਪਣੇ ਕਬੂਤਰਾਂ ਤੇ ਰਹੇ, ਜੋ ਉਹਨਾਂ ਨੇ ਕਿਹਾ ਨਾ ਉਸਤਾਦ ਇਮਰਾਨ ਨੇ ਉਹ ਹੀ ਕੀਤਾ, ਤੇ ਜਿੰਨੀ ਦੇਰ ਲਾਈਫ ਜੋ ਉਹਨਾਂ ਕਹਿਣਾ ਉਹੀ ਹੋਣਾ। ਜ਼ਬਰਦਸਤ, ਜੇਠ ਇਹ ਅਸੀਂ ਛੱਤ ਸਾਡੀ ਨਹੀਂ ਉਹਨਾਂ ਦੀ। ਕਿਆ ਬਾਤ ਹੈ। ਜੇਠ ਅਸੀਂ ਉੱਡੇ ਆ, ਉਸਤਾਦ ਲਵਾਏ ਨੇ, ਜਾਂ ਇੱਕ ਸਾਡਾ ਹਰ ਦਿਲ ਅਜ਼ੀਜ਼ ਹੈਗਾ ਉਸਤਾਦ ਮਾਨਾ ਜੰਜਾਂ ਵਾਲਾ, ਉਹਨਾਂ ਦੇ ਘਰ ਚ ਕੋਈ ਬੱਚੇ ਆਏ ਸੀ। ਬਾਕੀ ਸਾਡੇ ਇੱਥੇ ਕਬੂਤਰ ਉਸਤਾਦ ਵਾਲੇ ਹੀ ਨੇ, ਠੀਕ ਹੈ। ਸਾਡੇ ਕੋਲ ਬਾਹਰ ਦਾ ਅਗਰ ਕਬੂਤਰ ਹੈ, ਉਸਤਾਦ ਹਰਾਂ ਨੇ ਉਹਨੂੰ ਪਸੰਦ ਕੀਤਾ ਤੇ ਇੱਥੇ ਅਸੀਂ ਰੱਖਿਆ, ਵਰਨਾ ਨਹੀਂ ਰਹਿ ਸਕਦਾ ਇੱਥੇ। ਫਿਰ ਜਿੰਨੇ ਮਰਜ਼ੀ ਸਾਡੇ ਅੱਛੇ ਜੋੜੇ ਨੇ, ਅਸੀਂ ਉਹਨਾਂ ਦੇ ਬੱਚੇ ਰੋਕਦੇ ਨਹੀਂ ਮੋਸਟਲੀ ਨਾ। 10 ਬੱਚੇ ਨਿਕਲੇ ਨੇ ਨਾ 8 ਬਾਹਰ ਹੀ ਜਾਣੇ ਨੇ। ਅਗਰ ਉਸਤਾਦ ਹਰਾਂ ਨੇ ਕਿਹਾ 2 ਰੱਖ ਲਓ ਤੇ ਰੱਖ ਲੈਣੇ, ਨਹੀਂ ਤੇ ਉਹ ਵੀ ਬਾਹਰ ਹੀ ਛੱਡਣੇ ਨੇ। ਰਸ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਕਿਆ ਬਾਤ ਹੈ, ਬਹੁਤ ਅੱਛੀ ਗੱਲ ਕੀਤੀ ਹੈ। ਉਹੀ ਗੱਲ ਹੈਗੀ, ਬਸ ਛੱਡੋ ਜਿਹੜਾ ਮੈਦਾਨ 'ਚ ਆਏਗਾ ਜੋੜੇ ਦੀ ਕਿਆ ਦੇਖੋ ਬਾਤ, ਨੁਮਾਨ ਵੱਡੀ ਭਾਈ, ਗੱਲ ਹੈ। ਤੁਸੀਂ ਲਾਹੌਰ ਲੈਵਲ ਤੇ ਜਦੋਂ ਉੱਡਣਾ ਹੈ ਨਾ, ਲੱਖ ਰੁਪਏ ਐਂਟਰੀ ਵੀ ਦੇਣੀ ਹੈ, ਤੇ ਦੂਸਰੀਆਂ 25-30 ਹਜ਼ਾਰ ਐਂਟਰੀਆਂ ਦੇ ਕੇ ਤੁਹਾਡਾ 4 ਲੱਖ ਐਂਟਰੀਆਂ ਦਾ ਬਣਿਆ, ਤੇ ਫਿਰ ਤੁਹਾਡੇ ਕਬੂਤਰ ਵੀ ਅੱਛੇ ਹੋਣੇ ਚਾਹੀਦੇ ਨੇ। ਬਿਲਕੁਲ ਐਂ ਜੀ, ਕਬੂਤਰ ਅੱਛੇ ਹੀ ਹੋਣੇ ਚਾਹੀਦੇ ਨੇ। ਜੰਜ ਭਾਈ ਨੇ ਵੀ ਬਹੁਤ ਅੱਛੀ ਗੱਲ ਕੀਤੀ, ਉਹਨਾਂ ਨੇ ਕਿਹਾ ਦੇਖੋ ਪਹਿਲੇ ਉਡਾਓ, ਬਾਅਦ ਚ ਜਿਹੜਾ ਮਰਜ਼ੀ ਜੋੜੇ ਤੁਸੀਂ ਪਾ ਲਓ, ਪਹਿਲੇ ਹੀ ਤੁਸੀਂ ਕੱਟ ਕੇ ਰੱਖੀ ਜਾਓਗੇ। ਜੋੜੇ ਪਾਏ ਨੇ ਉਸ ਤੋਂ ਤਜਰਬਾ ਅਸੀਂ ਪਹਿਲਾ ਜੇਠ ਉੱਡਿਆ ਨਾ, ਬੜਾ ਤਜਰਬਾ ਹੋਇਆ, ਅਸੂ ਦਾ ਵੀ ਬੜਾ ਹੋਇਆ। ਨਵੀਂ ਛੱਤ ਤੇ ਅੱਗੇ ਆਹਿਸਤਾ ਆਹਿਸਤਾ ਅੱਲਾਹ ਪਾਕ ਸਭ ਤੇ ਆਪਣਾ ਕਰਮ ਆਮੀਨ ਜੀ, ਕਰੇ, ਅੱਛਾ ਆਮੀਨ। ਸ਼ੌਕ ਹੁੰਦਾ ਰਹੇਗਾ। ਅੱਛਾ ਉਸਤਾਦ ਜੀ, ਜੀ ਤੁਸੀਂ ਕੋਈ ਗੱਲ ਕਰਨ ਲੱਗੇ ਕੁਆਲਿਟੀ ਸੀ? ਉਸਤਾਦ ਨੇ ਮੈਨੂੰ ਦੱਸੀ ਸੀ ਨਾ ਜੀ ਜੀ, ਕਿ ਇਹ ਕਬੂਤਰ ਜੇਠ ਦੇ ਵਿੱਚ ਕੰਮ ਕਰਦੇ ਨੇ, ਅਸੀਂ ਉਹ ਹੀ ਬੱਚੇ ਲਾਈਕ ਕਰਕੇ ਅੰਦਰ ਕਰਦੇ ਸੀ ਉਡਾ ਕੇ, ਠੀਕ ਹੈ। ਉਹੀ ਬੱਚੇ ਉੱਡੇ ਨੇ ਸਾਡੇ ਘਰ ਦੇ ਜੇਠ ਦੇ ਵਿੱਚ। ਅਸੀਂ ਇੱਕ ਦਿਨ ਨਹੀਂ ਕੋਈ, ਅੱਲਾਹ ਪਾਕ ਆਪਣਾ ਕਰਮ ਰੱਖੇ, ਇੱਕ ਦਿਨ ਵੀ ਕੋਈ ਸਾਡਾ ਕਬੂਤਰ ਸ਼ਾਮ ਨੂੰ ਬੈਠਾ ਹੋਏ ਤੇ ਅਸੀਂ ਉਹਦੇ ਸਾਰੇ ਦੁਆਲੇ ਹੋਈਏ ਕਿ ਯਾਰ ਸੰਭਲਦਾ ਨਹੀਂ ਪਿਆ। ਸਾਡਾ ਕਬੂਤਰ 7 ਵਜੇ ਵੀ ਬੈਠਾ, 7:15 ਵੀ ਬੈਠਾ ਨਾ, ਤੇ ਅਸੀਂ ਕੀ ਨਾਂ ਲਈਦਾ ਉਹਨੂੰ ਪਾਣੀ ਪਿਆਇਆ, ਓਕੇ ਹੈਗਾ। ਇੱਕ ਦਿਨ ਨਹੀਂ ਉਸਤਾਦ ਨੇ ਬੜੇ ਫੋਨ ਆਉਂਦੇ, ਉਸਤਾਦ ਜੀ ਇਹ ਲੰਮੇ ਪੈ ਗਿਆ, ਇਹ ਪੈ ਗਿਆ। ਉਸਤਾਦ ਨਾਲ ਉਦੋਂ ਗੱਲ ਉਹਨਾਂ ਕਿ ਇੱਕ ਦਿਨ ਨਹੀਂ ਤੁਹਾਡਾ ਫੋਨ ਆਇਆ ਕਿ ਯਾਰ ਅੱਜ ਕਬੂਤਰ ਲੰਮੇ ਪੈ ਗਿਆ। ਕਿਆ ਬਾਤ ਹੈ, ਬੜੀ ਗੱਲ ਤੁਸੀਂ ਦੱਸੀ, ਕਿਉਂਕਿ ਇਹ ਵਾਕਈ ਜ਼ਿਆਦਾ ਅਸੀਂ ਇਹ ਚੀਜ਼ ਦੇਖ ਲੈਂਦੇ ਹੁੰਦੇ ਆ ਕਿ ਕਬੂਤਰ ਉੜ ਕੇ ਆਂਦਾ ਤੇ ਉਹ ਵਿਗੜ ਗਿਆ ਜੀ। ਦੇਖੋ ਜਦੋਂ ਕਬੂਤਰ ਖਰਾਬ ਹੁੰਦਾ ਨਾ, ਜੋੜਾਂ ਤੋਂ ਖਰਾਬ ਹੁੰਦਾ। ਲਓ ਜੀ, ਬਹੁਤ ਅੱਛੀ ਭਾਈ ਨੇ ਜਿੰਨੀ ਇਹ ਗੱਲ ਕੀਤੀ ਹੈ। ਮੈਂ ਇਹੀ ਗੱਲ ਤੁਹਾਨੂੰ ਅੱਗੇ ਪੁੱਛਣ ਲੱਗਾ ਸੀ ਕਿ ਕਬੂਤਰ ਜਿਹੜਾ ਹੈ ਉਹਦਾ ਕਿੰਜ ਦੀ ਬੋਡੀ ਹੋਣੀ ਚਾਹੀਦੀ ਹੈ। ਮੇਨ ਚੀਜ਼ ਹੈ ਉਹਦੀ ਬੋਡੀ। ਜਦੋਂ ਕਬੂਤਰ ਉੜ ਕੇ ਆਂਦਾ ਹੈ ਨਾ,
ਕਬੂਤਰ ਜਦੋਂ ਉੜ ਕੇ ਆਂਦਾ ਹੈ ਉਹਦੇ 'ਚ ਹੀ ਆਪਣਾ ਪਾਣੀ ਸਟੋਰ ਕਰਕੇ ਲੈ ਕੇ ਜਾਣਾ ਤੇ ਉਹਦੇ 'ਚ ਹੀ ਉਹਨੇ ਜਦੋਂ ਕਿੰਨਾ ਵੇਸਟ ਕਰਕੇ ਆਇਆ ਉਹ ਮਾਲਕ ਨੂੰ ਪਤਾ ਚੱਲ ਜਾਂਦਾ ਜਦੋਂ ਉੱਡ ਕੇ ਆਇਆ। ਅੱਛਾ, ਕੀ ਕਹਿਣਾ ਚਾਹੋਗੇ? ਜਦੋਂ ਕਬੂਤਰ ਜਿਹੜਾ ਲੰਮੇ ਪੈ ਜਾਂਦਾ ਨਾ, ਉਸ ਕਬੂਤਰ ਦੇ ਜੋੜ ਖਰਾਬ ਹੁੰਦੇ ਨੇ। ਉਹ ਤਾਂ ਲੰਮੇ ਪੈ ਜਾਂਦਾ, ਉਹ ਛੇਤੀ ਸਮਝਿਆ ਨਹੀਂ ਜਾਂਦਾ। ਉਹਦੀ ਹੱਡੀ 'ਚ ਵੀ ਬਿਲਕੁਲ ਆਪਣੇ ਪੁਆਇੰਟ ਤੇ ਪਰਫੈਕਟ, ਉਹ ਅਗਲੇ ਦਿਨ ਵੀ ਉੱਡੇਗਾ। ਕਿੰਜ ਦਾ ਜੋੜ ਹੋਣਾ ਚਾਹੀਦਾ? ਜੋੜ ਇੰਝ ਦਾ ਹੋਣਾ ਚਾਹੀਦਾ। ਲਓ ਜੀ, ਦੇਖ ਲਓ, ਛੱਤ ਨਾਲ ਲੱਗੇ ਹੋਣੇ ਚਾਹੀਦੇ ਨੇ। ਕਿਆ ਬਾਤ ਹੈ, ਵੱਡੀ ਗੱਲ ਕਰ ਦਿੱਤੀ। ਦੇਖੋ, ਹੱਡੀ ਖਤਮ ਹੋਏ ਤੇ ਤੁਹਾਡੀ ਉਂਗਲ ਉੱਤੇ ਚਾੜੀ ਹੈ। ਕਿਆ ਬਾਤ ਹੈ। ਲਓ ਜੀ, ਐਸੋ ਵੱਡੀ ਟਿੱਪਣੀ ਜੇ ਹੁਣ ਕਈ ਆਂਦੇ ਨੇ ਨਹੀਂ ਜੀ ਬਲੱਡ ਲਾਈਨ ਹੀ ਚੱਲਦੀ ਹੈ ਜੋੜਾਂ ਦਾ ਜਾਂ ਚੀਜ਼ਾਂ ਦਾ। ਯਾਰ ਬਾਬਰ ਆਜ਼ਮ ਪਲੇਅਰ ਉਹਦੇ ਸਾਰੇ ਭਰਾ ਤੇ ਨਹੀਂ ਕ੍ਰਿਕਟਰ ਹੈਗੇ। ਕਿਆ ਬਾਤ ਹੈ। ਇੱਕੋ ਪਿਓ ਦੇ ਪੁੱਤਰ ਹੈਗੇ ਨੇ। ਬਲੱਡ ਠੀਕ ਹੈ, ਉਹ ਮੇਰੇ ਘਰ ਦਾ ਤੇ ਮੈਨੂੰ ਪਤਾ ਨਹੀਂ ਇੱਕ ਅੱਛਾ ਬਲੱਡ ਹੈ, ਲੇਕਿਨ ਉਹਦੇ ਪੁਆਇੰਟਸ ਨਹੀਂ ਠੀਕ ਹੋਣਦੇ। ਆਰਮੀ 'ਚ ਜਾਈਏ, ਉਹ ਸਾਡਾ ਬਲੱਡ ਨਹੀਂ ਚੈੱਕ ਕਰਦੇ, ਉਹ ਸਾਡੇ ਪੁਆਇੰਟਸ ਚੈੱਕ ਕਰਦੇ। ਗੋਡੇ ਤੇ ਨਹੀਂ ਨਾਲ ਲੱਗਦੇ, ਪੈਰ ਤੇ ਨਹੀਂ ਫਲੈਟ ਹੈਗੇ, ਹਰ ਚੀਜ਼ ਉਹ ਚੈੱਕ ਕਰਕੇ। ਵੇਟ ਤੇ ਨਹੀਂ, ਓਵਰਵੇਟ ਤੇ ਨਹੀਂ ਹੈਗਾ ਮੁੰਡਾ। ਉਹ ਸਾਰੀਆਂ ਚੀਜ਼ਾਂ ਇਹ ਸਿਲੈਕਸ਼ਨ ਹੁੰਦੀ ਤੇ ਫਿਰ ਬੰਦਾ ਅੱਗੇ ਜਾਂਦਾ। ਲੋ ਜੀ, ਇਹ ਮੈਂ ਤੁਹਾਨੂੰ ਅੱਜ ਮਾਸ਼ਾਅੱਲਾ ਉਹ ਗੱਲਾਂ ਦੁਬਾਰਾ ਤੁਹਾਨੂੰ ਮਿਲ ਗਈਆਂ ਨੇ। ਇਹ ਖੁਦ ਉਡਾ ਰਹੇ ਨੇ, ਕੋਈ ਮੌਸਮ ਨਹੀਂ ਹੈ ਛੱਡਦੇ ਜੇ। ਸਭ ਤੋਂ ਵੱਡੀ ਗੱਲ ਹੈ, ਕੋਈ ਮੌਸਮ ਨਹੀਂ ਛੱਡਦੇ, ਇਹ ਉਡਾਉਂਦੇ ਹੀ ਉਡਾਉਂਦੇ ਨੇ। ਚਾਹੇ ਚੇਤਰ ਆਈਏ, ਵਿਸਾਖ ਆਈਏ, ਜੇਠ ਆਈਏ, ਅੱਸੂ ਆਈਏ। ਤੇ ਇਹ ਉਹਨਾਂ ਦੇ ਬਕੌਲ ਦੇਖ ਲਓ, ਤੁਸੀਂ ਸੁਣ ਲਿਆ ਜੇ ਕਿ ਜੋੜ ਕਿੱਥੇ ਹੋਣੇ ਚਾਹੀਦੇ ਨੇ ਚੰਗੇ ਕਬੂਤਰ ਦੇ, ਜਿਹੜਾ ਆ ਕੇ ਤੁਹਾਨੂੰ ਤੰਗ ਨਹੀਂ ਕਰੇਗਾ। ਚੈਂਪੀਅਨ ਜੋੜ ਉਸਤਾਦ ਹਰੀ ਉਹਨੂੰ ਆਂਦੇ ਨੇ, ਜਿਹੜੇ ਜੋੜਾਂ ਦਾ ਬਹੁਤ ਅਮਲ ਦਖਲ ਹੈ। ਤੁਸੀਂ ਨੁਮਾਨ ਭਾਈ ਜਾਂਦੇ ਜੇ ਛੱਤਾਂ ਦੇ, ਬਿਲਕੁਲ ਬਿਲਕੁਲ। ਇਹ ਨਹੀਂ ਜਾ ਕੇ ਕਹਿਣਾ ਹੈਗਾ ਕਿ ਮੈਨੂੰ ਜੋੜਿਆਂ ਦਾ ਸ਼ੌਕ ਕਰਾ। ਉਹਨੂੰ ਕਹਿਣਾ ਜਿਹੜਾ ਜੇਠ ਚ ਉੱਡਿਆ ਨਾ 7 ਬਾਜ਼ੀਆਂ ਕਬੂਤਰ ਤੇਰਾ ਸ਼ਾਮ ਤੱਕ, ਉਹਦਾ ਮੈਨੂੰ ਸ਼ੌਕ ਕਰਾ। ਕਿਆ ਬਾਤ ਹੈ। ਉਹਦਾ ਸ਼ੌਕ ਕਰਨਾ, ਉਹਦੀ ਪੁਆਇੰਟ ਹੀ ਹੋਰ ਹੋਣਗੇ, ਉਹਦੇ ਜੋੜ ਛੱਤ ਨੂੰ ਲੱਗੇ ਹੋਣਗੇ, ਉਹਦੇ ਤੇ ਮਲੈਮੀਅਤ ਵੱਖਰੀ ਹੋਏਗੀ। ਲਓ ਜੀ, ਇੱਕ ਹੋਰ ਤੁਸੀਂ ਨਾਲ ਗੱਲ ਇਜ਼ਾਫਾ ਕਰ ਦਿੱਤਾ। ਕਬੂਤਰ ਵਿੱਚ ਮਲੈਮੀਅਤ ਨਹੀਂ ਨਾ ਸਮਝੋ, ਠੱਪਾ ਹੈਗਾ। ਠੱਪਾ ਹੈਗਾ, ਠੀਕ ਹੈ। ਲੋਕ ਪਤਾ ਕੀ ਕਰਦੇ ਨੇ, ਅੱਸੂ ਵਿੱਚ ਸ਼ਾਮ ਕਬੂਤਰ ਉਡਾ ਕੇ ਪਤਾ ਕਹਿੰਦੇ ਨੇ, ਕੋਈ ਫੇਲ ਕਰ ਦੇਵੇ ਨਾ ਕਬੂਤਰ ਤੇ ਉਹ ਕਹਿੰਦੇ ਨੇ ਮੇਰਾ ਤੇ ਸ਼ਾਮ ਨੂੰ ਬਹਿੰਦਾ। ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ 7 ਦਿਨਾਂ ਬਾਅਦ ਸ਼ਾਮ ਨੂੰ ਬੈਠਾ ਹੈ। ਠੀਕ ਹੈ, ਲੋਕਾਂ ਨੇ ਉਹ ਜੋੜੇ ਪਾਸ ਕੀਤੇ ਨੇ ਜਿਹੜੇ ਵਿਸਾਖ 'ਚ ਸ਼ਾਮ ਨੂੰ ਬਹਿੰਦੇ ਨੇ। ਬਿਲਕੁਲ ਸਹੀ ਕਹਿ ਰਹੇ। ਠੀਕ ਹੈ, ਡੱਕ ਬਾਈ ਡੱਕ ਗੇਮ ਹੋਰ ਹੈਗੀ ਹੈ। ਉਹ ਗੇਮ ਹੀ ਚੇਂਜ, ਬਹੁਤ ਅੱਛੀ ਤੁਸੀਂ ਜ਼ਬਰਦਸਤ ਕਰ ਦਿੱਤੀ। ਕਬੂਤਰ ਹੋਰ ਨੇ, 7 ਦਿਨ ਬਾਅਦ ਸ਼ਾਮ ਨੂੰ ਬਹਿਣ ਵਾਲਾ ਕਬੂਤਰ ਹੋਰ ਹੈ। ਜ਼ਬਰਦਸਤ। ਠੀਕ ਹੈ, ਲੋਕ ਉਹ ਗੱਲ ਨਹੀਂ ਫੋਲੋ ਕਰਦੇ। ਉਹ ਕਹਿੰਦੇ ਨੇ ਮੇਰਾ ਜੋੜਾ ਪਾਸ ਹੈ, ਵਿਸਾਖ 'ਚ 7 ਵਜੇ ਬਹਿੰਦਾ। ਉਹਨਾਂ ਨੂੰ ਕਹੋਗੇ ਉਹੀ ਕਬੂਤਰ ਅਗਰ ਤੇ ਉਹ ਕਬੂਤਰ ਦਾ ਪੁੱਤਰ ਤੇ ਫਿਰ ਅਗਲੇ ਦਿਨ ਵੀ ਬਵੇਗਾ। ਬਿਲਕੁਲ ਇੰਜੀ ਹੈ। ਠੀਕ ਹੈ, 7 ਦਿਨ ਬਾਅਦ ਵਾਲੀ ਗੇਮ ਹੋਰ ਹੈਗੀ ਹੈ। ਅਸੀਂ ਉਹਨੂੰ ਨਹੀਂ ਮੰਨਦੇ। ਮੇਰੇ ਉਸਤਾਦ ਹਰੀ ਤੇ ਰੋ ਕੀ ਨਾਂ ਲਈਦਾ, ਅੱਸੂ ਵਿੱਚ ਵਿਸਾਖ ਵਿੱਚ ਅਗਰ ਉਹ ਕਬੂਤਰ ਪੁਆਇੰਟਾਂ ਦਾ ਪੂਰਾ ਨਹੀਂ ਹੈਗਾ ਤੇ ਉਹ 7 ਦਿਨਾਂ ਬਾਅਦ 7.5 8 ਮਾਰਨ ਦਿਆ, ਉਹ ਕਬੂਤਰ ਫੇਲ ਕਰ ਦੇਣਗੇ। ਕਿਆ ਬਾਤ। ਤੇ ਉਹ ਕਹਿਣਗੇ ਕਿ ਜੇਠ 'ਚ ਨਹੀਂ ਉੱਡੇਗਾ ਤੇ ਨਹੀਂ ਉੱਡੇਗਾ ਉਹ ਕਬੂਤਰ। ਅਸਲ 'ਚ ਨਾ ਕਬੂਤਰ ਜਿਹੜਾ 7 ਦਿਨਾਂ ਦਾ ਹੁੰਦਾ, ਯਾਨੀ ਕਿ 7 ਦਿਨਾਂ ਬਾਅਦ ਐਤਵਾਰ ਨੂੰ ਉਹਨੇ ਉੱਡਣਾ ਹੁੰਦਾ, ਉਹ ਜੇਠ 'ਚ ਇਸ ਲਈ ਨਹੀਂ ਕਾਮਯਾਬ ਹੈਗਾ ਕਿ ਉਹਦੇ ਕਬੂਤਰ ਦੇ ਨਾਲ ਕਿਤੇ ਜੋੜ ਥੋੜ੍ਹੇ ਜਿਹੇ ਹਲਕੇ ਜਿਹਾ ਖਰਾਬ ਹੁੰਦੇ ਨੇ। ਉਹਨੂੰ ਰੈਸਟ ਬੜੀ ਮਿਲ ਜਾਂਦੀ ਹੈ। ਅੱਛਾ, ਆਪਣੇ ਆਪ ਨੂੰ ਕਵਰ ਕਰ ਲੈਂਦਾ। ਇਸ ਲਈ ਡੱਕ ਵਾਲਾ ਕਬੂਤਰ ਹੈ ਨਾ, ਉਹਦੇ ਜੋੜ ਬਿਲਕੁਲ ਪਰਫੈਕਟ ਹੋਣਗੇ। ਉਹਦੇ ਪਰਫੈਕਟ ਹੋਣ ਦੇ ਤੋਂ ਲਗਾ ਹੀ ਆਏਗਾ। ਉਹਨੂੰ ਜਿੰਨਾ ਮਰਜ਼ੀ ਤੁਸੀਂ ਟਾਈਮ ਬਾਅਦ ਸਾਂਭਣਾ ਹੈ, ਤੁਸੀਂ ਸਾਂਭਣਾ ਹੀ ਹੈ। ਕੁਝ ਤੁਸੀਂ ਇਹ ਵੀ ਵੇਖਿਆ ਹੋਣਾ ਹੈ ਕਿ ਕੁਝ ਕਬੂਤਰ ਸ਼ਾਮ ਨੂੰ ਬਹਿੰਦਾ ਹੋਇਆ ਗੇੜਿਆਂ 'ਚ ਆ ਰਿਹਾ, ਆਖਰੀ ਗੇੜਿਆਂ 'ਚ ਉਹ ਨਾਲ ਦੇ ਘਰ ਬਹਿ ਗਿਆ। ਬਿਲਕੁਲ, ਉਹਦੇ ਵੀ ਜੋੜ ਖਰਾਬ ਹੋਣ ਦੇ, ਲੇਕਿਨ ਉਹਨੂੰ ਉਸ ਟਾਈਮ ਨਹੀਂ ਵੇਖਣਾ, ਉਹਨੂੰ ਅਗਲੇ ਦਿਨ ਵੇਖਣਾ ਹੈ। ਉਸ ਟਾਈਮ ਦੇਖੋਗੇ ਨਾ ਉਹਦੇ ਜੋੜ ਬਿਲਕੁਲ ਖੁੱਲੇ ਹੋਣ ਦੇ, ਅਗਲੇ ਦਿਨ ਤੁਸੀਂ ਦੇਖੋਗੇ ਨਾ ਉਹਦੇ ਜੋੜ ਖਰਾਬ ਹੋਣਗੇ। ਲੋਕ ਕਹਿੰਦੇ ਨੇ ਯਾਰ ਇਹਨੇ ਮੈਡੀਸਨ ਬੜੀ ਹੈਵੀ ਮਾਰੀ, ਡਿੱਗ ਪੈਂਦੇ ਨੇ, ਮੈਡੀਸਨ ਤੋਂ ਡਿੱਗ ਪੈਂਦੇ ਨੇ, ਲੇਕਿਨ ਉਹ ਉਹਦੇ ਜੋੜ ਆਟੋਮੈਟਿਕਲੀ ਖਰਾਬ ਹੀ ਹੋਣਗੇ। ਉਹ ਬੜੀ ਜ਼ਬਰਦਸਤ ਤੁਸੀਂ ਅੱਜ ਗੱਲ ਕਰ ਦਿੱਤੀ ਹੈ ਜੋੜਾਂ ਤੇ, ਕਿਉਂਕਿ ਅਕਸਰ ਅਸੀਂ ਕਿਸੇ ਨੂੰ ਸਵਾਲ ਕਰੀਏ ਜੋੜ ਦਾ ਤੇ ਉਹ ਕਹਿੰਦੇ ਨੇ ਜੋੜ ਕੋਈ ਇੰਨੇ ਅਹਿਮ ਨਹੀਂ ਹੁੰਦੇ। ਨਹੀਂ, ਜੋੜ ਮੈਂ ਆਪਣੀ ਕਬੂਤਰਬਾਜ਼ੀ ਵਿੱਚ ਮੈਂ ਬੜੀ ਵੱਡੀ ਗੱਲ ਕਰਾਂ, ਆਪਣੀ ਜਿਹੜੀ ਮੈਂ ਕਬੂਤਰਬਾਜ਼ੀ ਸਿੱਖੀ ਉਸਤਾਦ ਇਮਰਾਨ ਕੋਲ ਵੀ, ਹੋਰ ਵੀ ਮੇਰੇ ਉਸਤਾਦ ਨੇ, ਉਹਨਾਂ ਕੋਲ ਮੈਂ 95% ਜੋੜਾਂ ਨੂੰ ਮੰਨਦਾ ਵਾਂ। ਕਿਆ ਬਾਤ। ਜੋੜ ਬਹੁਤ ਅਹਿਮੀਅਤ ਹੈ ਕਬੂਤਰਬਾਜ਼ੀ ਦੇ ਵਿੱਚ। ਜੋੜੇ ਲਾਉਣ ਦੇ ਵਿੱਚ ਵੀ ਜੋੜ ਦੀ ਬੜੀ ਅਹਿਮੀਅਤ ਹੈ। ਤੇ ਦੇਖਣ ਵਾਲੇ ਨੂੰ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ, ਖਾਲੀ ਜੋੜ ਦੀ ਗੱਲ ਨਹੀਂ, ਯਾਨੀ ਕਿ ਸਾਜੀ ਕਰਨਾ ਚਾਹਦੇ, ਉਹ ਜੋੜ ਤੋਂ ਮੁਰਾਦ ਇਹ ਹੁੰਦੀ ਨਾਲ ਹੱਡੀ ਵੀ ਨਾਲ ਹੁੰਦੀ ਹੈ। ਅੱਛਾ, ਜੋੜ ਤੇ ਹੱਡੀ ਦਾ ਕਿੰਨਾ ਵਾਇਆ ਹੋਣਾ ਚਾਹੀਦਾ? ਚੰਗੇ ਕਬੂਤਰ ਦਾ ਵਾਇਆ ਹੋਏਗਾ ਉਹ ਜੇਠ ਵਾਲਾ ਕਬੂਤਰ ਹੋਏਗਾ, ਜ਼ਿਆਦਾ ਨਹੀਂ ਹੋਣਾ ਚਾਹੀਦਾ। ਜ਼ਿਆਦਾ ਨਹੀਂ ਹੋਣਾ ਚਾਹੀਦਾ। ਇੱਕ ਪੋਟੇ ਦਾ ਵਾਇਆ ਹੋਏਗਾ ਵਿਸਾਖ ਦੇ 7 ਯਾਨੀ ਕਿ ਹਫ਼ਤੇ ਦੀ ਕਬੂਤਰਬਾਜ਼ੀ ਵਾਲਾ ਕਬੂਤਰ ਹੋਏਗਾ।
ਜਿਹੜਾ ਬਿਲਕੁਲ ਨਾਲ ਲੱਗ ਗਿਆ ਤੂੰ ਬੇਕਾਰ। ਜਿਹੜਾ ਨਾ ਕਲੋਜ਼ ਜੋੜ ਆ ਜਾਂਦਾ ਹੈ ਨਾ, ਉਹਦੇ ਵਿੱਚ ਕਬੂਤਰ ਮਜ਼ਬੂਤ ਹੋ ਜਾਂਦਾ ਹੈ। ਕਬੂਤਰ ਇੱਕ ਟਾਈਮ ਬੰਨ ਲੈਂਦਾ ਹੈ। ਇੱਕ ਟਾਈਮ ਬੰਨ ਲੈਂਦਾ ਹੈ। ਅਕਸਰ ਦੋਸਤ ਮੇਰੀ ਗੱਲ ਸੁਣ ਰਹੇ ਨੇ, ਉਹ ਚੈੱਕ ਵੀ ਕਰ ਲੈਣਾ ਆਪਣਾ ਕਬੂਤਰ, ਜਿਹੜਾ ਹੱਡੀ ਤੋਂ ਬਿਲਕੁਲ ਨਾਲ ਹੋਏਗਾ ਨਾ ਜੋੜ, ਤੇ ਅੱਛਾ ਜੋੜ ਹੋਏਗਾ, ਯਾਨੀ ਕਿ ਉਹਦੇ 'ਚ ਜ਼ਿਆਦਾ ਗੈਪ ਨਹੀਂ ਹੋਏਗਾ, ਉਹ ਕਬੂਤਰ ਇੱਕ ਟਾਈਮ ਬੰਨ ਲੈਗਾ। ਠੀਕ, ਉਹਨੂੰ ਤੁਸੀਂ ਜ਼ੋਰ ਲਵਾਉਣਾ ਹੈ। ਆਮ ਰੂਟੀਨ ਦੇ ਵਿੱਚ ਜਿਹੜੇ ਟਾਈਮ ਤੇ ਬਹਿ ਰਹੇ ਉਹਨੇ ਉੱਥੇ ਹੀ ਬਹਿਣਾ। ਯਾਨੀ ਕਿ ਉਹ ਤੰਗ ਨਹੀਂ ਕਰਦਾ ਮਾਲਕ ਨੂੰ, ਜੇ ਇੱਕ ਟਾਈਮ ਬਹਿਣ ਲੱਗ ਗਿਆ ਤੇ ਉਹ ਬਹੇਗਾ। ਘਰ ਦਾ ਪਾਕਟ ਹੋਏਗਾ, ਘਰ ਦਾ ਬੜਾ ਵਫਾਦਾਰ ਹੋਏਗਾ, ਮਜ਼ਬੂਤ, ਯਾਨੀ ਕਿ ਤੁਸੀਂ ਕਹਿ ਲਓ। ਅੱਛਾ ਉਸਤਾਦ ਜੀ, ਇੱਕ ਲਾਸਟ ਸਵਾਲ, ਫਿਰ ਕਬੂਤਰਾਂ ਸ਼ੌਕ ਕਰਵਾਉਂਦੇ ਆ, ਪਤਾ ਚ ਤੁਸੀਂ ਕਿਹੜਾ ਪਸੰਦ ਤੁਹਾਨੂੰ ਪਰ ਸਾਡੇ ਉਸਤਾਦ ਨੂੰ ਵੀ ਇਹ ਹੀ ਪਸੰਦ ਹੈ ਤੇ ਸਾਨੂੰ ਵੀ ਇਹ ਹੀ ਪਸੰਦ ਹੈ। ਲਓ ਜੀ, ਇਹ ਦੇਖ ਲਓ, ਇਹ 1 2 3 ਦੇ ਕਬੂਤਰ ਤੁਹਾਨੂੰ ਥੱਲੇ ਨਹੀਂ ਨਜ਼ਰ ਆਉਂਦਾ। ਦੇਖ ਲਓ ਜਿਹੜੀ ਇਹ ਚੀਜ਼ ਦਿਖਾ ਰਹੇ ਨੇ। ਪਰ ਬਰੀਕ ਹੋਣਾ ਚਾਹੀਦਾ ਹੈ, ਪੀਲੀ ਚਪਟੀ ਹੋਣੀ ਚਾਹੀਦੀ ਹੈ, ਰੇਸ਼ਮ ਹੋਣਾ ਚਾਹੀਦਾ ਹੈ, ਫੈਦਰ ਜਿਹੜਾ ਹੁੰਦਾ, ਉਸ ਤੋਂ ਅੱਗੇ ਸਭ ਝੂਠ ਹੀ ਹੈ। ਹਾਂਜੀ, ਅਗਰ ਚੌੜੇ ਭਰਦਾ ਹੈ, ਉਹਨੇ ਮਿਆਨੇ 'ਚ ਫਿਰਨਾ ਹੈ, ਕਿਸੇ ਟਾਈਮ ਵੀ ਦਿਲ ਕੀਤਾ ਥੱਲੇ ਆ ਗਿਆ। ਲੋ ਜੀ ਦੇਖੋ, ਬੜੀ ਜ਼ਬਰਦਸਤ ਗੱਲ ਦੱਸ ਦਿੱਤੀ ਹੈ। ਅਸੀਂ ਚੌੜਾ ਪਰ ਪਸੰਦ ਵੀ ਨਹੀਂ ਕਰਦੇ। ਅੱਛਾ, ਅਸੀਂ ਸਟਾਰਟ ਕਰਾਂਗੇ ਕੁਝ ਉਸਤਾਦ ਜੀ ਵਾਲੇ ਕਬੂਤਰਾਂ ਤੋਂ ਪਹਿਲੇ। ਠੀਕ ਹੈ, ਉਸਤਾਦ ਜੀ ਵਾਲੇ ਕਬੂਤਰ ਦਿਖਾਉਣਾ ਸ਼ੁਰੂ ਕਰਨੇ ਆ, ਤੇ ਉਸ ਤੋਂ ਬਾਅਦ ਚੱਲ ਤੋਂ ਚੱਲ ਨਾਲ ਹੋਰ ਸ਼ੌਕ ਕਰਵਾਉਂਦੇ ਜਾਵਾਂਗੇ। ਤੇ ਹੁਣ ਅਗਲੇ ਪਾਰਟ 'ਚ ਤੁਹਾਨੂੰ ਇਨਸ਼ਾਅੱਲਾ ਤਾਲਾ ਕਬੂਤਰਾਂ ਦਾ ਸ਼ੌਕ ਕਰਵਾਉਂਦੇ ਅਸੀਂ ਮਿਲਨੇ ਆ। ਹੁਣ ਲੈਣੇ ਇਜਾਜ਼ਤ, ਅੱਲਾ ਹਾਫਿਜ਼।